श्री वाहेगुरु साहिब जीओ। हम अवगुण भरे एक गुण नहीं, अमृत छाड़ बिखै बिख खाही। माया मोह भरम पै भूले, सुत दारा स्यों प्रीत लगाई। एक उत्तम पंथ सुनहो गुर संगत, तेह मिलंत जम त्रास मिटाई। एक अरदास पाठ कीरत की, गुरु रामदास राखो शरणाई। धन धन रामदास गुर, जिन सिरया तिनै सवारिया। पूरी होई करामात, आप सिरजन हर धारिया। जेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कराही तेहा करी बख्यान। जुगो जुगे अटल, चबर शतर तख्त के मालक, निमानियों के मान गुरु, नितानियों के तान गुरु। गुरु गरीब निवाज साहिब सतगुरु, श्री गुरु ग्रंथ साहिब जी दे पावन और पवित्र चरना कमलों दे विच सुभाईमान होए बैठी धन धन साहिब सतगुरु सोढ़ी सुल्तान, हलत पलत के रक्षक, वालिए कुल आलम, चौथे पातशाह श्री गुरु रामदास सच्चे पातशाह जी का आगमन पुरब प्रकाश दिहाड़ा मनाउना कर रही गुरु प्यारी गुरु सवारी साध संगत जी। भागां वालियां सतगुरु जी की अपार बख्शिश और रहमत के सदका आपां सारियां नूं गुरु चरणां दे विच जुड़ बैठण दा सुभाग प्राप्त होया। आपां सारियां ने गुरु चरणां दे विच जुड़ के बीबियां दे श्री सुखमनी साहिब सेवा सोसाइटी जथे दे पासों और छोटे छोटे बच्चियां दे पासों इलाही बाणी दे कीर्तन जेड़े ने वो सरम कीते ने। सतगुरु जी दे चरणां दे विच बैठ के जिथे आपां गुर शब्द विचारां दे नाल सांझ पाउणी है, उत्थे आपां
ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀਆਂ ਕੁਝ ਕੇ ਘਟਨਾਵਾਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕਰਨੀਆਂ ਹੈ। ਇਸ ਕਰਕੇ ਦਾਸ ਆਰੰਭਤਾ ਦੇ ਵਿੱਚ ਇਹ ਬੇਨਤੀ ਕਰ ਦੇਵੇ ਕਿ ਜਿਹੜੀਆਂ ਜਿਹੜੀਆਂ ਸੰਗਤਾਂ ਨੇ ਭਾਈ ਚਾਹ ਪਾਣੀ ਛਕ ਲਿਆ, ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਿਹੜੇ ਆਪਾਂ ਗੁਰਮਤਿ ਸਮਾਗਮ ਉਲੀਕੇ ਹੈ ਨਾ, ਇਹਨਾਂ ਗੁਰਮਤਿ ਸਮਾਗਮਾਂ ਦਾ ਮਕਸਦ ਸਾਡਾ ਚਾਹ ਪਾਣੀ ਛਕਣਾ ਨਹੀਂ ਹੈਗਾ। ਇਹਨਾਂ ਗੁਰਮਤਿ ਸਮਾਗਮਾਂ ਦਾ ਜਿਹੜਾ ਮਕਸਦ ਇਹ ਹੈ ਵੀ ਅਸੀਂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਹੈ। ਤੇ ਮਨਾਉਣਾ ਇਸ ਤਰੀਕੇ ਦੇ ਨਾਲ ਹੈ, ਪਤਾ ਲੱਗੇ ਕਿ ਲੈ ਵੀ ਸਾਰੀ ਦੀ ਸਾਰੀ ਡ੍ਰੀਮ ਸਿਟੀ ਨੇ ਰਲ ਕੇ ਇੱਕ ਗੁਰਮਤਿ ਸਮਾਗਮ ਕਰਵਾਇਆ ਤੇ ਉਸ ਗੁਰਮਤਿ ਸਮਾਗਮ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਵੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜੀਵਨ ਕੈਸਾ। ਕਿਉਂਕਿ ਘਾਟ ਗੁਰਮਤਿ ਸਮਾਗਮਾਂ ਦੀ ਨਹੀਂ, ਬਹੁਤ ਹੋ ਰਹੇ ਨੇ। ਔਰ ਦਾਸੇ ਵੀ ਬੇਨਤੀ ਕਰੇ ਵੀ ਘਾਟ ਪ੍ਰਮਾਤਮਾ ਨੇ ਪ੍ਰਸ਼ਾਦੇ ਪਾਣੀ ਦੀ ਵੀ ਸਾਨੂੰ ਕੋਈ ਨਹੀਂ ਛੱਡੀ, ਬੜਾ ਕੁਝ ਦਿੱਤਾ ਮਾਲਕ ਨੇ। ਜੇ ਕਿਧਰੇ ਘਾਟ ਹੈ ਨਾ ਤੇ ਉਹ ਹੈ ਸਾਡਾ ਗਿਆਨ ਵਾਲਾ ਪਾਸਾ, ਉਹ ਹੈ ਸਾਡਾ ਸਮਝ ਵਾਲਾ ਪਾਸਾ। ਬਸ ਇਸੇ ਕਰਕੇ ਵੀਰ ਜੀ ਥੋੜੀ ਜਿਹੀ ਈਗੋ ਕੱਟ ਕਰ ਦਿਓ। ਗਿਆਨ ਵਾਲਾ ਪਾਸਾ, ਸਮਝ ਵਾਲਾ ਪਾਸਾ। ਤੇ ਇਹ ਗੱਲ ਚੇਤੇ ਰੱਖਿਓ, ਜੇ ਗਿਆਨ ਤੇ ਸਮਝ ਜਿਹੜੀ ਹੈ ਉਹ ਤਾਂ ਹੀ ਮਿਲੇਗੀ ਜੇ ਅਸੀਂ ਗੁਰੂ ਦੇ ਚਰਨਾਂ 'ਚ ਆਣ ਕੇ ਬੈਠਾਂਗੇ। ਇਸ ਕਰਕੇ ਦੋਨੋਂ ਹੱਥ ਜੋੜ ਕੇ ਜਿੱਥੇ ਮੇਰੀ ਸਿਆਣਿਆਂ ਨੂੰ ਬੇਨਤੀ ਆ, ਉੱਥੇ ਨੌਜਵਾਨਾਂ ਨੂੰ ਵੀ ਇਹ ਬੇਨਤੀ ਆ ਕਿ ਭਾਈ ਆਓ ਸਾਰੇ ਜਣੇ ਰਲ ਕੇ ਗੁਰੂ ਦਾ ਜਸ ਕਰੀਏ, ਗੁਰੂ ਦੀ ਵਡਿਆਈ ਕਰੀਏ। ਜਿਸ ਕਾਰਜ ਵਾਸਤੇ ਅਸੀਂ ਇਹ ਗੁਰਮਤਿ ਸਮਾਗਮ ਉਲੀਕੇ ਆ, ਜਾਂ ਜਿਸ ਮਕਸਦ ਨੂੰ ਲੈ ਕੇ ਅਸੀਂ ਇਹ ਸਾਰੇ ਦਾ ਸਾਰਾ ਪ੍ਰੋਗਰਾਮ ਉਲੀਕਿਆ ਆ, ਉਹ ਮਕਸਦ ਸਾਡਾ ਪੂਰਾ ਹੋ ਸਕੇ, ਗੁਰੂ ਦੇ ਜੀਵਨ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਜੁੜ ਸਕੀਏ। ਗੁਰਮਤਿ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੀ ਹੀ ਸੰਗਤ ਸੁਰਤੀਆਂ ਔਰ ਬਿਰਤੀਆਂ ਨੂੰ ਇਕਾਗਰ ਕਰੋ। ਕਲਗੀਆਂ ਵਾਲੀ ਸਰਕਾਰ, ਅੰਮ੍ਰਿਤ ਕੇ ਦਾਤੇ, ਸਰਬੰਸ ਦਾਨੀ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਗੱਜ ਵੱਜ ਕੇ ਪ੍ਰਵਾਨ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਲਵਾਓ ਹਾਜ਼ਰੀ ਤੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਦੋਂ ਆਪਾਂ ਜੀਵਨ ਪੜਾਂਗੇ, ਜੀਵਨ ਵਿਚਾਰਾਂਗੇ ਨਾ, ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਤਿੰਨ ਪੱਖ ਨੇ। ਨੋਟ ਕਰਨ ਵਾਲੀ ਗੱਲ ਹੈ, ਤਿੰਨ ਪੱਖ ਜਾਂ ਤਿੰਨ ਹਿੱਸਿਆਂ ਦੇ ਵਿੱਚ ਆਪਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਵੰਡ ਲਈਏ। ਇੱਕ ਹਿੱਸਾ ਆ ਜਿਸ ਹਿੱਸੇ ਦੇ ਵਿੱਚ ਅੱਤ ਦੀ ਗਰੀਬੀ ਹੈ, ਚੂਨਾ ਮੰਡੀ ਲਾਹੌਰ ਕਹਿ ਲੋ ਤੇ ਬਾਸਰਕੇ ਦੀ ਧਰਤੀ ਕਹਿ ਲੋ। ਦੂਸਰਾ ਹਿੱਸਾ ਆ ਜਿਸ ਹਿੱਸੇ ਦੇ ਵਿੱਚ ਆ ਸਟਰਗਲ। ਇੱਕ ਤੇ ਗਰੀਬੀ ਹੈ, ਤੇ ਜਦੋਂ ਗਰੀਬੀ ਹੁੰਦੀ ਹੈ ਨਾ, ਬੰਦਾ ਦਾ ਗੁਜ਼ਾਰਾ ਮਸਾ ਚੱਲਦਾ। ਤੇ ਅਗਲੇ ਪਾਸੇ ਜਦੋਂ ਕੁਛ ਨਾ ਕੁਛ ਦਿਸਦਾ ਆ, ਫਿਰ ਬੰਦਾ ਮਿਹਨਤ ਕਰਦਾ, ਸਟਰਗਲ ਕਰਦਾ, ਮੁਸ਼ੱਕਤ ਕਰਦਾ। ਤੇ ਤੀਸਰਾ ਪੱਖ ਆ ਕਾਮਯਾਬੀ। ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿ ਕੇ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋ ਗਏ ਤੇ ਪਾਤਸ਼ਾਹੀ ਮਿਲ ਗਈ। ਇਹਨਾਂ ਨੂੰ ਸਮਝਿਓ। ਪਹਿਲਾ ਆ ਜਦੋਂ ਚੂਨਾ ਮੰਡੀ ਲਾਹੌਰ ਦੇ ਵਿੱਚ ਰਹਿ ਰਹੇ ਨੇ ਤੇ ਅੱਤ ਦੀ ਗਰੀਬੀ ਹੈ। ਔਰ ਚੇਤੇ ਰੱਖਿਓ, ਇਸ ਸਮੇਂ ਜਿੱਥੇ ਧਨ ਕਰਕੇ ਗਰੀਬ ਨੇ, ਉੱਥੇ ਇਹ ਵੀ ਗੱਲ ਆਪਾਂ ਨੂੰ ਕਹਿਣੀ ਪੈਣੀ ਹੈ ਵੀ ਉਸ ਵੇਲੇ ਅਜੇ ਗੁਰੂ ਦੇ ਚਰਨਾਂ ਦੇ ਨਾਲ ਗੁਰੂ ਸਿੱਖੀ ਦੀ ਦਾਤ ਜਿਹੜੀ ਉਹ ਅਜੇ ਮਿਲੀ ਕੋਈ ਨਹੀਂ। ਮਨ ਕਰਕੇ ਵੀ ਗਰੀਬ ਹੀ ਨੇ। ਜਿੱਥੇ ਧਨ ਕਰਕੇ ਗਰੀਬ ਨੇ, ਉੱਥੇ ਮਨ ਕਰਕੇ ਗਰੀਬ ਨੇ, ਤਨ ਕਰਕੇ ਵੀ ਗਰੀਬ ਨੇ ਤੇ ਮਨ ਕਰਕੇ ਵੀ ਗਰੀਬ ਨੇ। ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਏ, ਹੁਣ ਇੱਥੇ ਸੇਵਾ ਤੇ ਸਿਮਰਨ ਸ਼ੁਰੂ ਹੋ ਗਿਆ। ਗੁਰਸਿੱਖੀ ਨੂੰ ਕਮਾਉਣਾ ਸ਼ੁਰੂ ਕਰ ਦਿੱਤਾ। ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ ਵੇਖੋ, ਇੱਕ ਇੱਕ ਪੱਖ ਧਿਆਨ ਮੰਗਦਾ ਹੈ। ਆਪਾਂ ਇਹਨਾਂ ਤਿੰਨਾਂ ਪੱਖਾਂ ਨੂੰ ਲੈ ਕੇ ਚੱਲਣਾ ਹੈ।
ਔਰ ਇਸ ਜਿਹੜੇ ਤਿੰਨੇ ਪੱਖ ਨੇ ਨਾ ਸਾਡੇ ਜੀਵਨਾਂ ਦੇ ਵਿੱਚ ਵੀ ਆਪਾਂ ਹੰਡਾਏ ਐ ਕਈਆਂ ਨੇ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੁਣ ਸੇਵਾ ਤੇ ਸਿਮਰਨ ਚੱਲਦਾ ਹੈ, ਗੁਰਸਿੱਖੀ ਕਮਾ ਰਹੇ ਨੇ। ਤੇ ਇੱਥੋਂ ਹੀ ਜਦੋਂ ਗੁਰਸਿੱਖੀ ਦੇ ਵਿੱਚ ਪ੍ਰਪੱਖ ਹੋ ਗਏ, ਜਦੋਂ ਮਾਲਕ ਦੀਆਂ ਨਜ਼ਰਾਂ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋ ਗਏ, ਤੇ ਉਸ ਵੇਲੇ ਫਿਰ ਜਦੋਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਦਿੱਤਾ, ਆਪਣੀ ਜਗ੍ਹਾ ਤੇ ਬਿਠਾ ਦਿੱਤਾ, ਚਬਰ ਛਤਰ ਤਖਤ ਦੇ ਮਾਲਕ ਬਣਾ ਦਿੱਤਾ। ਹੁਣ ਉਸ ਵੇਲੇ ਚੇਤੇ ਰੱਖਿਓ, ਨਾ ਧਨ ਕਰਕੇ ਗਰੀਬੀ ਹੈ, ਨਾ ਮਨ ਕਰਕੇ ਗਰੀਬੀ ਹੈ। ਉਸ ਵੇਲੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਉਹ ਬਖਸ਼ਿਸ਼ਾਂ ਦੇ ਦਾਤੇ ਬਣ ਗਏ ਆ। ਉਸ ਵੇਲੇ ਜਿਹੜਾ ਵੀ ਗੁਰੂ ਦੇ ਚਰਨਾਂ ਦੇ ਵਿੱਚ ਆਉਂਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਝੋਲੀਆਂ ਭਰ ਕੇ ਮੋੜਦੇ ਆ। ਔਰ ਕਮਾਲ ਦੀ ਗੱਲ ਇਹ ਹੈ, ਗੁਰੂ ਨਾਨਕ ਦੇ ਘਰ ਦੇ ਵਿੱਚੋਂ ਐਸੀ ਬਖਸ਼ਿਸ਼ ਤੇ ਰਹਿਮਤ ਪ੍ਰਾਪਤ ਕੀਤੀ, ਜਿਹੜਾ ਕਦੇ ਗਲੀਆਂ ਦੇ ਵਿੱਚ ਰੁਲਦਾ ਫਿਰਦਾ ਹੁੰਦਾ ਸੀ, ਐਸੀ ਬਖਸ਼ਿਸ਼ ਤੇ ਰਹਿਮਤ ਪ੍ਰਾਪਤ ਕੀਤੀ, ਰਹਿੰਦੀ ਦੁਨੀਆ ਤੱਕ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾਤੇ ਬਣ ਗਏ ਤੇ ਅੱਜ ਤੱਕ ਵੰਡੀ ਜਾ ਰਹੇ ਨੇ। ਜਿਹੜਾ ਵੀ ਗੁਰੂ ਦੇ ਚਰਨਾਂ ਦੇ ਵਿੱਚ ਆਏਗਾ, ਆਪਾਂ ਨਹੀਂ ਆ। ਚੇਤੇ ਰੱਖਿਓ, ਅਸੀਂ ਤੇ ਬੜੇ ਵੱਡੇ ਭਾਗਾਂ ਵਾਲੇ ਆ। ਮੈਂ ਤੇ ਬੇਨਤੀ ਕਰਾਂ, ਸਤਿਗੁਰੂ ਦੀ ਬਾਣੀ ਦੇ ਵਿੱਚ ਇਹ ਬਚਨ ਆਏ, ਮਾਲਕ ਜੀ ਕਹਿਣ ਲੱਗੇ ਜਿਹੜਾ ਅੰਮ੍ਰਿਤਸਰ ਹੈ ਨਾ, ਅੰਮ੍ਰਿਤਸਰ ਇਹ ਸਿਫਤੀ ਦਾ ਘਰ ਹੈ। ਜਿਵੇਂ ਭਾਈ ਸਾਹਿਬ ਦਾ ਮੈਂ ਸਵੇਰੇ ਬਚਨ ਸੁਣ ਰਿਹਾ ਸਾਂ, ਕਥਾ ਤੁਸੀਂ ਵੀ ਸਾਰਿਆਂ ਨੇ ਸੁਣੀ ਹੋਣੀ ਆ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ। ਤੇ ਭਾਈ ਸਾਹਿਬ ਨੇ ਇੱਕ ਬੜੀ ਪਿਆਰੀ ਉਹ ਪੰਕਤੀ ਦੀ ਵਿਚਾਰ ਕੀਤੀ ਤੇ ਕਹਿੰਦੇ ਵੀ ਲਾਹੌਰ ਤੇ ਸ਼ਹਿਰ ਹੈ, ਪਰ ਜਿਹੜਾ ਅੰਮ੍ਰਿਤਸਰ ਹੈ ਨਾ, ਇਹ ਸਿਫਤੀ ਦਾ ਘਰ ਹੈ। ਇਸੇ ਕਰਕੇ ਸਤਿਗੁਰੂ ਨੇ ਬਾਣੀ ਦੇ ਵਿੱਚ ਬਚਨ ਕਹੇ, ਮਾਲਕ ਜੀ ਕਹਿੰਦੇ ਡਿੱਠੇ ਸੱਬੇ ਥਾਮ, ਥਾਂ ਤੇ ਬੜੇ ਨੇ, ਥਾਂ ਤੇ ਬੜੇ ਨੇ। ਔਰ ਕਮਾਲ ਦੀ ਗੱਲ ਇਹ ਹੈ, ਕਹਿੰਦੇ ਥਾਂ ਬੜੇ ਆ, ਪਰ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਗਰ ਵਸਾ ਦਿੱਤਾ ਨਾ, ਜਾਂ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਸ਼ਹਿਰ ਆ, ਜਾਂ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਆ, ਕਹਿਣ ਲੱਗੇ ਇਹਦੇ ਵਰਗਾ ਦੁਨੀਆ ਤੇ ਕੋਈ ਨਹੀਂ ਜੀਏਗਾ। ਮੈਂ ਇਹ ਵੀ ਬੇਨਤੀ ਕਰਦੇ ਆ, ਤੁਸੀਂ ਦੇਸਾਂ ਪ੍ਰਦੇਸਾਂ ਦੇ ਵਿੱਚ ਤੁਹਾਡੇ ਬੱਚੇ ਨਿਵਾਸ ਕਰਦੇ ਆ, ਤੁਸੀਂ ਆਪ ਵੀ ਦੇਸਾਂ ਪ੍ਰਦੇਸਾਂ ਦੇ ਵਿੱਚ ਜਾ ਕੇ ਵਿਚਰਦੇ ਹੋ, ਕਾਰੋਬਾਰ ਦੇ ਵਿਸ਼ੇ ਤੇ ਤੁਹਾਨੂੰ ਸਾਰਿਆਂ ਨੂੰ ਜਾਣਾ ਪੈਂਦਾ, ਦੱਸਦੇ ਵੀ ਲੱਗਦੇ ਆ ਚੱਕਰ। ਔਰ ਇਹ ਮੈਂ ਬੇਨਤੀ ਇਸ ਕਰਕੇ ਕਰ ਰਿਹਾ, ਸਾਡੇ ਕਿੰਨੇ ਵੱਡੇ ਭਾਗ ਨੇ ਕਿ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਸ ਨਗਰੀ ਦੇ, ਇਸ ਸ਼ਹਿਰ ਦੇ ਨਿਵਾਸੀ ਆ। ਜਿਹੜੇ ਪ੍ਰਦੇਸਾਂ ਦੇ ਵਿੱਚ ਰਹਿ ਰਹੇ ਨੇ ਨਾ, ਸਾਡੇ ਬੱਚੇ ਗਏ, ਸਾਡੇ ਰਿਸ਼ਤੇਦਾਰ ਗਏ, ਉਹਨਾਂ ਨੂੰ ਕਦੇ ਪੁੱਛ ਕੇ ਦੇਖਿਓ, ਮੈਂ ਉਹਨਾਂ ਨੂੰ ਧਾਹਾਂ ਮਾਰਦੇ ਹੋਏ, ਰੋਂਦਿਆਂ ਹੋਇਆਂ ਉਹਨਾਂ ਨੂੰ ਵੇਖਿਆ। ਉਹ ਕਹਿੰਦੇ ਵੀ ਘਰ ਬਾਅਦ 'ਚ ਜਾਣਾ, ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾ ਕੇ ਨਤਮਸਤਕ ਹੋ ਕੇ ਆਉਣਾ। ਅਸੀਂ ਤਾਂ ਜਦੋਂ ਚਾਹੀਏ ਦਰਬਾਰ ਸਾਹਿਬ ਜਾ ਸਕਦੇ ਆ। ਵੇਖੋ ਕਿੱਡਾ ਪਿਆਰਾ ਗੁਰਬਾਣੀ ਦੇ ਵਿੱਚ ਬਚਨ ਆਇਆ, ਮਾਲਕ ਜੀ ਕਹਿੰਦੇ ਸਾ ਧਰਤੀ ਭਈ ਹਰਿਆਵਲੀ। ਮੈਂ ਇਸ ਧਰਤੀ ਦੀ ਗੱਲ ਕਰ ਰਿਹਾ, ਗੁਰੂ ਕੀ ਨਗਰੀ ਦੀ ਗੱਲ ਕਰ ਰਿਹਾ, ਜਿੱਥੇ ਦੇ ਅਸੀਂ ਇਹ ਨਿਵਾਸੀ ਆ। ਤੇ ਮੈਂ ਇੱਕ ਅਦੀਬ ਨੂੰ ਪੜ੍ਹ ਰਿਹਾ ਸੀ, ਉਹਨੇ ਬੜੀ ਪਿਆਰੀ ਗੱਲ ਲਿਖੀ, ਧਿਆਨ ਨਾਲ ਸੁਣਿਓ। ਜੇ ਤੁਸੀਂ ਸਾਰੇ ਡ੍ਰੀਮ ਸਿਟੀ ਦੇ ਨਿਵਾਸੀ ਬੈਠੇ ਜੇ, ਤੁਸੀਂ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਨਿਵਾਸੀ ਬੈਠੇ ਜੇ, ਤੇ ਮੈਂ ਉਹ ਪੁਸਤਕ ਨੂੰ ਜਦੋਂ ਪੜ੍ਹਿਆ ਨਾ, ਤੇ ਉਹਨੇ ਕਮਾਲ ਦੀ ਗੱਲ ਲਿਖੀ। ਪਤਾ ਕੀ ਕਹਿੰਦਾ ਜੇ ਬੰਦੇ ਦਾ ਬੜੇ ਜਨਮਾਂ ਦਾ ਕਿਧਰੇ ਜਪ ਤੇ ਤਪ ਹੋਵੇ, ਕਹਿੰਦਾ ਬੜੇ ਜਨਮਾਂ ਦੀ ਕਿਧਰੇ ਭਗਤੀ ਹੋਵੇ, ਤੇ ਕਹਿੰਦੇ ਉਹ ਭਗਤੀ ਨੂੰ ਜਦੋਂ ਫਲ ਲੱਗਦਾ ਆ ਨਾ, ਤੇ ਉਸ ਵੇਲੇ ਗੁਰੂ ਕੀ ਨਗਰੀ ਦੇ ਵਿੱਚ ਰਹਿਣ ਦਾ ਉਹਨੂੰ ਸੁਭਾਗ ਮਿਲਦਾ ਆ। ਸਤਿਗੁਰੂ ਨੇ ਬਚਨ ਕਹੇ, ਮਾਲਕ ਜੀ ਕਹਿੰਦੇ ਸਾ ਧਰਤੀ ਭਈ ਹਰਿਆਵਲੀ। ਇਹ ਬਾਣੀ ਦਾ ਬਚਨ ਹੀ ਹੈ ਨਾ, ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਚਨ ਹੈ, ਤੇ ਇਸ ਕਰਕੇ ਸਾਨੂੰ ਮੰਨ ਲੈਣਾ ਚਾਹੀਦਾ। ਮਾਲਕ ਜੀ ਕਹਿੰਦੇ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਮੇਰਾ ਗੁਰੂ ਬਹਿ ਗਿਆ ਆਣ ਕੇ। ਇੱਕ ਦੀਪ ਦੀ ਹੋਰ ਗੱਲ ਤੁਹਾਨੂੰ ਸੁਣਾ ਦਿਆਂ। ਕਹਿੰਦੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਨ 1534 ਈਸਵੀ ਦੇ ਵਿੱਚ, ਲਾਹੌਰ ਦੀ ਚੂਨਾ ਮੰਡੀ ਦਾ ਜਨਮ ਆ ਗੁਰੂ ਸਾਹਿਬ ਦਾ। ਕਹਿੰਦੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ 1534 ਈਸਵੀ ਦੇ ਵਿੱਚ ਇਸ ਧਰਤੀ ਤੇ ਸਤਿਗੁਰੂ ਜੀ ਦਾ ਆਗਮਨ ਹੋਇਆ। ਕਹਿੰਦੇ ਆਏ ਤੇ ਜ਼ਰੂਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਆਏ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗਏ ਕੋਈ ਨਹੀਂ। ਤੇ ਉਹਨੇ ਅੱਗੇ ਲਿਖਿਆ, ਕਹਿੰਦੇ ਗਏ ਪਤਾ ਕਿਉਂ ਨਹੀਂ,
ਕਹਿੰਦੇ ਗਏ ਇਸ ਕਰਕੇ ਨਹੀਂ, ਕਹਿੰਦੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਦਾ ਵਾਸਤੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਚੌਂਕੜਾ ਮਾਰ ਕੇ ਬਿਰਾਜਮਾਨ ਹੋ ਗਏ। ਉਹ ਕਹਿੰਦਾ ਜਦ ਤੱਕ ਇਹ ਧਰਤੀ ਰਹੇਗੀ, ਜਦ ਤੱਕ ਇਹ ਆਸਮਾਨ ਰਹੇਗਾ, ਕਹਿੰਦੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੈਠ ਕੇ ਉਪਦੇਸ਼ ਦਿੰਦੇ ਰਹਿਣਗੇ। ਇਹ ਆ ਗੁਰੂ ਦੀ ਬਖਸ਼ਿਸ਼, ਇਹ ਆ ਗੁਰੂ ਦੀ ਵਡਿਆਈ। ਤੇ ਕਿੰਨੇ ਵੱਡੇ ਭਾਗਾਂ ਵਾਲੇ ਆ ਅਸੀਂ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ ਦੇ ਨਿਵਾਸੀ ਆ। ਕਿੰਨੇ ਜਨਮਾਂ ਦਾ ਜਪ, ਕਿੰਨੇ ਜਨਮਾਂ ਦਾ ਤਪ ਹੋਏਗਾ ਸਾਡਾ, ਕਿੰਨੀ ਸਾਡੀ ਭਗਤੀ ਹੋਏਗੀ, ਜਿਹੜਾ ਗੁਰੂ ਦੀ ਨਗਰੀ ਦੇ ਵਿੱਚ ਲੋਕ ਤੇ ਦਰਸ਼ਨਾਂ ਵਾਸਤੇ ਦੂਰੋਂ ਦੂਰੋਂ ਆਣ ਕੇ ਤਰਸਦੇ ਆ। ਅਸੀਂ ਇਸ ਨਗਰ ਦੇ ਵਿੱਚ ਬੈਠੇ ਆ। ਤੇ ਇੱਕ ਹੋਰ ਅਰਦਾਸ ਬੇਨਤੀ ਕਰਦੇ ਵੇ, ਮੈਂ ਭਾਈ ਸਾਹਿਬ ਭਾਈ ਜਗਸੀਰ ਸਿੰਘ ਜੀ ਦੇ ਨਾਲ ਬੈਠਾ ਸਾਂ ਤੇ ਇੱਕ ਮਨ ਦੇ ਵਿੱਚ ਵਿਚਾਰ ਬੜੀ ਪਿਆਰੀ ਆਈ। ਮੈਂ ਵੇਖਿਆ ਜਿਹੜੇ ਆਮ ਤੌਰ ਤੇ ਲੋਕ ਹੁੰਦੇ ਆ ਨਾ, ਜਿਹੜੇ ਕਲੋਨੀਆਂ ਹੁੰਦੀਆਂ ਆ ਜਾਂ ਇਸ ਤਰ੍ਹਾਂ ਦੇ ਬੜੇ ਬੜੇ ਵੱਡੇ ਅਮੀਰ ਲੋਕ ਜਿਹੜੇ ਰਹਿੰਦੇ ਆ ਜਿੱਥੇ, ਉੱਥੇ ਹੁੰਦਾ ਪਤਾ ਕੀ, ਉੱਥੇ ਸਾਰੇ ਜਣੇ ਰਲ ਕੇ ਕੋਈ ਪ੍ਰੋਗਰਾਮ ਕਰਾਉਂਦੇ, ਕਹਿੰਦੇ ਕੋਈ ਕਲਾਕਾਰ ਨੂੰ ਮੰਗਾਈਏ, ਹੁੰਦਾ ਕਹਿੰਦੇ ਜੀ ਡੀਜੇ ਮੰਗਾਈਏ, ਕੋਈ ਨਾਚ ਗਾਣੇ ਦਾ ਪ੍ਰੋਗਰਾਮ ਰੱਖੀਏ। ਕਿੰਨੀ ਉੱਚੀ ਸੋਚ ਹੈ ਤੁਹਾਡੀ ਸਾਰਿਆਂ ਦੀ। ਇਹਨੂੰ ਇਹ ਨਾ ਜੇ ਕਿਹੋ ਜੇ ਵੀ ਭਾਈ ਸਾਹਿਬ ਖਣੀ ਸਾਨੂੰ ਐਵੇਂ ਹੀ ਗੱਲ ਕਰੀ ਜਾਂਦੇ। ਇਹ ਕਹਿੰਦੇ ਨੇ ਨਾ ਵੀ ਹੁਣ ਇੱਥੇ ਪ੍ਰਮਾਣ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਕੀ ਲੋੜ ਹੈ, ਤੁਸੀਂ ਵੇਖ ਹੀ ਰਹੇ ਹੋ। ਇਹ ਤੁਹਾਡੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਵਸ ਰਹੇ ਨੇ। ਗੁਰੂ ਨੇ ਤੁਹਾਡੇ ਮਨਾਂ ਦੇ ਵਿੱਚ ਪ੍ਰਵੇਸ਼ ਕਰਕੇ ਸਤਿਗੁਰੂ ਨੇ ਤੁਹਾਡੀ ਆਪ ਹੀ ਅਗਵਾਈ ਕੀਤੀ ਹੈ ਕਿ ਤੁਸੀਂ ਲੱਚਰਤਾ ਤੋਂ ਬਚੇ ਜੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਤੁਸੀਂ ਸਾਰੀ ਦੀ ਸਾਰੀ ਡ੍ਰੀਮ ਸਿਟੀ ਤੇ ਪਾਰਕ ਦੇ ਪ੍ਰਬੰਧਕ ਰਲ ਕੇ ਮਨਾ ਰਹੇ ਜੇ। ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਆ ਮੈਂ ਵੇਖਿਆ ਤੁਹਾਡੇ ਬੱਚਿਆਂ ਨੇ ਇੱਥੇ ਕੀਰਤਨ ਕੀਤਾ, ਸਟੇਜਾਂ ਤੇ ਚੜ ਕੇ, ਸੁਣਿਓ ਮੇਰੀ ਬੇਨਤੀ, ਸਟੇਜਾਂ ਤੇ ਚੜ ਕੇ ਲੋਕਾਂ ਦੀਆਂ ਧੀਆਂ, ਲੋਕਾਂ ਦੇ ਬੱਚੇ ਡਾਂਸ ਤੇ ਬੜੇ ਕਰਦੇ ਐ, ਨੱਚਦੇ ਤੇ ਬੜੇ ਐ। ਔਰ ਜਿਹੜੇ ਸਕੂਲਾਂ ਦੇ ਵਿੱਚ ਅਸੀਂ ਆਪਣੇ ਬੱਚੇ ਪੜਾਉਣੇ ਆ, ਕਿਸੇ ਸਕੂਲ ਨੇ, ਕੋਈ ਵਿਰਲਾ ਹੋਏਗਾ, ਕਿਸੇ ਸਕੂਲ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸਮਾਗਮ ਨਹੀਂ ਕਰਾਇਆ ਹੋਣਾ। ਕੋਈ ਵਿਰਲਾ ਹੋਏਗਾ, ਇੱਕ ਅੱਧਾ ਸਕੂਲ ਉਂਗਲ ਤੇ ਗਿਣਨ ਵਾਲਾ ਵੀ ਹਾਂ ਵੀ ਠੀਕ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਗੁਰਪੁਰਬ ਤੇ ਕੋਈ ਗੁਰਮਤਿ ਸਮਾਗਮ, ਕੋਈ ਕੀਰਤਨ ਸਮਾਗਮ, ਕੋਈ ਕਥਾ ਸਮਾਗਮ ਰੱਖਿਆ ਹੋਵੇ। ਨਹੀਂ ਤੇ ਇਹ ਗੱਲ ਚੇਤੇ ਰੱਖਿਓ ਜੇ, ਤੀਆਂ ਦਾ ਤਿਉਹਾਰ ਹਰੇਕ ਸਕੂਲ 'ਚ ਮਨਾਇਆ ਜਾਂਦਾ ਜੀ। ਉੱਥੇ ਡੀਜੇ ਲਾਏ ਜਾਂਦੇ ਨੇ ਤੁਹਾਡੀਆਂ ਧੀਆਂ ਨੂੰ, ਤੁਹਾਡੀਆਂ ਧੀਆਂ ਨੂੰ ਚੇਤੇ ਰੱਖਿਆ ਜੇ, ਤੁਸੀਂ ਆਪ ਤਿਆਰ ਕਰਕੇ ਭੇਜਦੇ ਜੇ। ਉੱਥੇ ਡੀਜੇ ਦੇ ਪ੍ਰੋਗਰਾਮ ਹੁੰਦੇ ਆ, ਉੱਥੇ ਲੱਚਰ ਗਾਣੇ ਚੱਲਦੇ ਆ ਤੇ ਤੁਹਾਡੇ ਬੱਚੇ ਉੱਥੇ ਜਾ ਕੇ ਨੱਚਦੇ ਆ। ਕਦੀ ਤੁਸੀਂ ਸਵਾਲ ਪੁੱਛਿਆ, ਤੁਸੀਂ ਕਦੀ ਸਵਾਲ ਪੁੱਛਿਆ ਵੀ ਜਿੱਦਣ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸੀ ਉਦੋਂ ਤੇ ਤੁਸੀਂ ਕੀਰਤਨ ਸਮਾਗਮ ਕੋਈ ਨਹੀਂ ਕਰਾਇਆ? ਤੁਸੀਂ ਸਵਾਲ ਪੁੱਛਿਆ ਜਿੱਦਣ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਸੀ ਉਦੋਂ ਤੁਸੀਂ ਕਥਾ ਕੀਰਤਨ ਦਾ ਪ੍ਰੋਗਰਾਮ ਨਹੀਂ ਕਰਾਇਆ? ਅੱਜ ਸਕੂਲ ਦੀਆਂ ਪਲਟੀਆਂ ਦੇ ਨਾਮ ਦੇ ਉੱਪਰ, ਅੱਜ ਸਕੂਲ ਦੇ ਤੀਆਂ ਦੇ ਤਿਉਹਾਰ ਤੇ ਤੁਸੀਂ ਸਾਡੀਆਂ ਬੱਚੀਆਂ ਨੂੰ ਨਚਾ ਰਹੇ ਜੀ, ਡੀਜਿਆਂ ਤੇ ਲੱਚਰ ਗਾਣਿਆਂ ਤੇ ਨਚਾ ਰਹੇ ਜੇ। ਤੁਸੀਂ ਕਦੀ ਪੁੱਛਿਆ ਸਕੂਲ ਦੇ ਪ੍ਰਿੰਸੀਪਲ ਨੂੰ ਕਿ ਪ੍ਰਿੰਸੀਪਲ ਸਾਹਿਬ ਮੈਂ ਆਪਣੀ ਬੱਚੀ ਨੂੰ ਇੱਥੇ ਪੜਾਉਣ ਵਾਸਤੇ ਭੇਜਣਾ ਵਾ, ਮੈਂ ਇੱਥੇ ਨਚਾਉਣ ਵਾਸਤੇ ਨਹੀਂ ਭੇਜਦਾ? ਪੁੱਛਿਆ ਕਦੀ? ਕਿੰਨੇ ਪੁੱਛਣਾ? ਅਸੀਂ ਪੁੱਛਣਾ ਸੀ ਨਾ, ਪਰ ਸਾਡਾ ਤਾਂ ਧਿਆਨ ਹੀ ਇੱਧਰ ਆ। ਅਗਲਿਆਂ ਨੇ ਮੱਤ ਹੀ ਸਾਡੀ ਮਾਰ ਦਿੱਤੀ, ਸਾਡੀ ਮੱਤ ਮਾਰ ਦਿੱਤੀ। ਅਗਲੇ ਕਹਿੰਦੇ ਤੁਸੀਂ ਬੱਚੀ ਨੂੰ ਵਿਸ਼ੇਸ਼ ਡਰੈਸ ਲੈ ਕੇ ਦਿਓ, ਆਉਂਦੇ ਨਾ ਲਿਖ ਕੇ ਬੱਚੀ ਨੂੰ ਡਰੈਸ ਲੈ ਕੇ ਦਿਓ ਜੀ। ਕਿਉਂ? ਬੱਚੀ ਨੇ ਨੱਚਣਾ ਹੈ, ਬੱਚੇ ਨੇ ਤੁਹਾਡੇ ਨੇ ਭੰਗੜਾ ਪਾਉਣਾ, ਡਰੈਸ ਲੈ ਕੇ ਦਿਓ। ਦੇਖੋ, ਮੈਂ ਨੱਚਣ ਗਾਣ ਦੇ ਵਿਰੋਧ ਦੇ ਵਿੱਚ ਇਸ ਕਰਕੇ ਕਹਿ ਰਿਹਾ, ਮੈਂ ਆਪਣੇ ਬੱਚਿਆਂ ਨੂੰ ਅਸੀਂ ਸਕੂਲ ਭੇਜਦੇ ਆ, ਅਸੀਂ ਕਹਿੰਦੇ ਆ ਸਾਡੇ ਬੱਚਿਆਂ ਦਾ ਕਰੈਕਟਰ ਬਣੇ, ਕਿਰਦਾਰ ਸਾਡੇ ਬੱਚਿਆਂ ਦਾ ਉੱਚਾ ਹੋਵੇ। ਅਸੀਂ ਇਹ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਨਚਾਰ ਬਣਨ, ਸਾਡੇ ਬੱਚਿਆਂ ਦਾ ਕਰੈਕਟਰ ਬਣੇ, ਸਾਡੇ ਬੱਚੇ ਬਾਣੀ ਦੇ ਨਾਲ ਜੁੜਨ, ਸਾਡੇ ਬੱਚੇ ਸੇਵਾ ਤੇ ਸਿਮਰਨ ਨਾਲ ਜੁੜਨ। ਇਹ ਮੈਂ ਬੱਚਿਆਂ ਨੂੰ ਹੁਣ ਵੇਖਿਆ ਤੇ ਮੇਰੇ ਮਨ ਦੇ ਵਿੱਚ ਬੜੀ ਖੁਸ਼ੀ ਆਈ ਕਿ ਅੱਜ ਇੱਕ ਬੱਚਾ ਜਿੱਥੇ ਕੀਰਤਨ ਕਰ ਰਿਹਾ, ਉਹ ਕੱਲਾ ਕੀਰਤਨ ਹੀ ਨਹੀਂ ਕਰ ਰਿਹਾ, ਉਹ ਨਾਲ ਸਰਗਮਾਂ ਵੀ ਪੜ ਰਿਹਾ। ਇਹ ਉਤਸ਼ਾਹ ਤੁਸੀਂ ਭਰਨਾ। ਜਿਹੜੇ ਮੇਰੇ ਵੀਰ ਅਜੇ ਵੀ ਜਾਗੇ ਨਾ ਚੇਤੇ ਰੱਖਿਆ ਜੇ, ਬਾਣੀ ਦੇ ਵਿੱਚ ਬਚਨ ਆਇਆ, ਮਲਕ ਜੀ ਕਹਿੰਦੇ ਮੱਛਲੀ ਜਾਲ ਨਾ ਜਾਣਿਆ। ਸਰਕਾਰਾਂ ਨੇ ਤੇ ਪੂਰਾ ਜ਼ੋਰ ਲਾਇਆ ਹੋਇਆ, ਕਨਵੈਂਟ ਸਕੂਲ ਆ ਗਏ, ਈਸਾਈ
ਆਪਾਂ ਸਾਰਿਆਂ ਨੂੰ ਪਤਾ ਕੀ ਕੁਝ ਹੋ ਰਿਹਾ। ਅੰਮ੍ਰਿਤਸਰ ਦੇ ਜ਼ਿਲ੍ਹੇ ਦਾ ਕੀ ਹਾਲ ਹੈ ਸਾਰਿਆਂ ਨੂੰ ਹੀ ਪਤਾ, ਲਾਗੇ ਤਾਗੇ ਬਾਰਡਰ ਦੇ ਪਿੰਡਾਂ ਦਾ ਕੀ ਹਾਲ ਹੈ। ਈਸਾਈਅਤ ਨੇ ਘੇਰਾ ਪਾਇਆ ਹੋਇਆ। ਗੁਰਦਾਸਪੁਰ ਦੇ ਏਰੀਏ ਦਾ ਕੀ ਹਾਲ ਹੈ ਤੁਸੀਂ ਆਪ ਵੇਖਦੇ ਹੋ। ਨਸ਼ਿਆਂ ਦੇ ਹੜ੍ਹ ਆਏ ਹੋਏ ਨੇ ਸਾਰੇ ਦੇ ਸਾਰੇ ਬਾਰਡਰ ਦੇ ਪਿੰਡ। ਸਾਡੇ ਬੱਚੇ ਸਮੈਕਾਂ ਦੇ ਨਾਲ ਮਰ ਰਹੇ ਨੇ। ਸਾਡਿਆਂ ਗਲੀਆਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ, ਸਾਡੀ ਨੌਜਵਾਨੀ ਦੇ ਵਿੱਚ ਇਹ ਸਰਕਾਰਾਂ ਦੇ ਦੁਆਰਾ। ਤੁਸੀਂ ਕਹੋਗੇ ਭਾਈ ਸਾਹਿਬ ਸਰਕਾਰਾਂ ਦੇ ਦੁਆਰਾ ਕਿਉਂ? ਕਿਉਂਕਿ ਸਰਕਾਰ ਚਾਵੇ ਨਾ ਚਾਵੇ ਤੇ ਇੱਕ ਦਿਨ 'ਚ ਸਭ ਕੁਝ ਬੰਦ ਕਰ ਸਕਦੀ ਹੈ। ਤੇ ਜੇ ਸਰਕਾਰ ਨੇ ਚਾਹਿਆ ਸੀ, ਅਗਲਿਆਂ ਨੇ ਮਹੀਨਾ ਇੱਕ ਲਾ ਕੇ ਰੱਖਿਆ ਨਾ ਲੋਕਡਾਊਨ 2 ਮਹੀਨੇ, ਕਿੱਦਾਂ ਪੈਂਦੀਆਂ ਹੁੰਦੀਆਂ ਸੀ ਜਿਹੜਾ ਘਰੋਂ ਨਿਕਲਦਾ ਸੀ ਪਤਾ ਨਾ। ਸਰਕਾਰ ਚਾਵੇ ਤੇ ਕੀ ਨਹੀਂ ਕਰ ਸਕਦੀ। ਇਹ ਪਾਲਿਸੀਆਂ ਹੁੰਦੀਆਂ ਚੇਤੇ ਰੱਖਿਆ ਜੇ। ਮੈਂ ਕਿਸੇ ਵਿਸ਼ੇਸ਼ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਵੀ ਤੁਸੀਂ ਕਹੋਗੇ ਭਾਈ ਸਾਹਿਬ ਜੀ ਖਣੀ ਪਲਾਨਿਆ ਕਾਲੀਆਂ ਦੀ, ਕਾਂਗਰਸੀਆਂ ਦੀ, ਆ ਦੂਜੇ ਝਾੜੂ ਵਾਲਿਆਂ ਦੀ। ਮੈਂ ਕਿਸੇ ਵਿਸ਼ੇਸ਼ ਦੀ ਨਹੀਂ, ਮੈਂ ਗੱਲ ਸਾਂਝੀ ਕਰ ਰਿਹਾ। ਸਰਕਾਰਾਂ ਚਾਹੁੰਦੀਆਂ, ਸੈਂਟਰ ਸਰਕਾਰ ਚਾਹੁੰਦੀ ਹੈ। ਆ ਵੇਖੋ ਕਿ 9 ਮਹੀਨੇ ਹੋ ਗਏ ਸਾਡੇ, ਸਾਲ ਹੋਣ ਵਾਲਾ ਵਾ। ਸਾਡੇ ਕਿਸਾਨ ਬੈਠੇ ਆ, ਸਾਡੇ ਬਜ਼ੁਰਗ, ਸਾਡੇ ਨੌਜਵਾਨ, ਸਾਡੀਆਂ ਭੈਣਾਂ ਦਿੱਲੀ ਦੇ ਵਿੱਚ ਜਾ ਕੇ ਬੈਠੀਆਂ। ਕਿੰਨੀ ਕਿ ਉਹਨਾਂ ਨੇ ਸੁਣ ਲਈ ਹੈ। ਉਹ ਤੇ ਚਾਹੁੰਦੇ ਆ ਵੀ ਇਹ ਬਰਬਾਦ ਹੋਣ। ਤੇ ਨਵਾਂ ਫੈਸਲਾ ਤੁਸੀਂ ਹੋਰ ਸੁਣ ਲਿਆ ਹੋਣਾ, 50 ਕਿਲੋਮੀਟਰ ਤੱਕ ਸਾਰੇ ਦਾ ਸਾਰਾ ਅੰਮ੍ਰਿਤਸਰ ਸਾਹਿਬ ਆ ਗਿਆ ਫੌਜ ਦੇ ਹਵਾਲੇ, BSF ਦੇ ਹਵਾਲੇ ਆ ਗਿਆ। 50 ਕਿਲੋਮੀਟਰ ਤੱਕ ਉਹਨਾਂ ਦੀ ਰੇਂਜ ਦੇ ਦਿੱਤੀ। ਇਸ ਕਰਕੇ ਦਾਸ ਨੇ ਬੇਨਤੀ ਕੀਤੀ ਹੈ ਕਿ ਅਜੇ ਵੀ ਵੇਲਾ ਹੈ। ਆ ਜਿਹੜੇ ਤੁਸੀਂ ਪ੍ਰੋਗਰਾਮ ਕਰਵਾ ਰਹੇ ਜੇ ਨਾ, ਇਹ ਵਧਾਈ ਦੇ ਪਾਤਰ ਜੇ ਤੁਸੀਂ, ਇਹ ਮੁਬਾਰਕ ਦੇ ਪਾਤਰ ਜੇ ਤੁਸੀਂ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ। ਤੁਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਜੇ। ਤੇ ਦਾਸ ਇਹ ਉਮੀਦ ਕਰੇਗਾ ਵੀ ਇਹ ਗੁਰਮਤਿ ਸਮਾਗਮ ਇਸੇ ਤਰ੍ਹਾਂ ਨਿਰੰਤਰ ਜਾਰੀ ਵੀ ਰਹਿਣਗੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਨਮ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਵੀ ਚੂਨਾ ਮੰਡੀ ਲਾਹੌਰ ਦਾ, ਪਿਤਾ ਦਾ ਨਾਮ ਹੈ ਬਾਬਾ ਠਾਕੁਰ ਹਰਦਾਸ ਜੀ ਤੇ ਮਾਤਾ ਦਾ ਨਾਮ ਹੈ ਮਾਤਾ ਦਇਆ ਕੌਰ। ਹੁਣ ਕਵੀ ਰਾਜ ਕਵੀ ਸੰਤੋਖ ਸਿੰਘ ਜੀ, ਉਹਨਾਂ ਨੇ ਆਪਣੇ ਇਤਿਹਾਸ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਾਂ ਆ ਨਾ, ਬਚਪਨ ਦੇ ਵਿੱਚ ਹੀ ਰਾਮਦਾਸ ਰੱਖ ਦਿੱਤਾ ਗਿਆ ਸੀ। ਭਾਵੇਂ ਅੱਜ ਤੱਕ ਅਸੀਂ ਇਹ ਇਤਿਹਾਸਕਾਰਾਂ ਦੇ ਕੋਲੋਂ ਸੁਣਿਆ ਆ ਵੀ ਭਾਈ ਜੇਠਾ ਨਹੀਂ। ਜਦੋਂ ਜੇਠੇ ਲਫ਼ਜ਼ ਦੇ ਆਪਾਂ ਅਰਥ ਪੜਾਂਗੇ ਨਾ, ਜੇਠੇ ਦਾ ਮਤਲਬ ਹੈ ਵੱਡਾ। ਜਿਹੜਾ ਵੱਡਾ ਪੁੱਤ ਹੁੰਦਾ ਸੀ ਨਾ, ਉਹਨੂੰ ਕਹਿੰਦੇ ਸੀ ਇਹ ਜੇਠਾ ਆ, ਵੱਡਾ ਪੁੱਤ, ਜੇਠਾ ਪੁੱਤ। ਇਹ ਜਿਹੜੇ ਆਪਣੇ ਸਿਆਣੇ ਬਜ਼ੁਰਗ ਹੁੰਦੇ ਸਨ ਨਾ, ਇਹ ਘਰਾਂ ਦੇ ਵਿੱਚ ਆਮ ਤੌਰ ਤੇ ਸ਼ਬਦ ਵਰਤੇ ਜਾਂਦੇ ਸਨ ਵੀ ਇਹ ਜੇਠਾ ਪੁੱਤ ਹੈ। ਜਾਂ ਆਪਾਂ ਇਉਂ ਕਹਿ ਲਈਏ ਵੀ ਜੇ ਘਰ ਦੇ ਵਿੱਚ ਨਹੁੰ ਆਈ ਹੈ ਤੇ ਜੇ ਪਤੀ ਦਾ ਛੋਟਾ ਭਰਾ ਆ ਤੇ ਉਹ ਦਿਓਰ ਆ, ਤੇ ਜੇ ਪਤੀ ਦਾ ਵੱਡਾ ਭਰਾ ਆ ਤੇ ਉਹ ਕੀ ਹੈ? ਜੇਠ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਚਨ ਆਇਆ, ਮਾਲਕ ਜੀ ਕਹਿੰਦੇ ਹਰ ਜੇਠ ਜੁੜੰਦਾ ਲੋੜੀਏ। ਰੱਬ ਵਾਸਤੇ, ਵੱਡੇ ਵਾਸਤੇ ਆਇਆ। ਜੇਠ ਜੁੜੰਦਾ ਲੋੜੀਏ। ਰੱਬ ਦੇ ਅੱਗੇ ਸਾਨੂੰ ਨਿਮਣਾ ਚਾਹੀਦਾ ਹੈ। ਘਰ ਦੇ ਵਿੱਚ ਵੱਡੇ ਪੁੱਤ ਸਨ, ਪਹਿਲੇ ਪੁੱਤ ਸਨ, ਇਸ ਕਰਕੇ ਜੇਠਾ ਕਿਹਾ ਜਾਂਦਾ ਸੀ ਵੀ ਇਹ ਸਾਡਾ ਜੇਠਾ ਪੁੱਤ ਹੈ। ਪਰ ਜਿਹੜਾ ਨਾਮ ਸੀ ਨਾ, ਉਹ ਗੁਰੂ ਰਾਮਦਾਸ ਰੱਖਿਆ ਗਿਆ ਜਾਂ ਰਾਮਦਾਸ ਰੱਖਿਆ ਗਿਆ। ਇਹਦਾ ਇੱਕ ਹੋਰ ਵੀ ਦਾਸ ਜਿਹੜਾ ਉਹ ਕਲੀਅਰ ਕਰ ਦੇਵੇ। ਵੇਖੋ ਪਿਤਾ ਜੀ ਦਾ ਨਾਮ ਕੀ ਹੈ ਭਲਾ? ਬਾਬਾ ਠਾਕੁਰ ਹਰਦਾਸ ਜੀ। ਹਰਦਾਸ ਜੀ ਹੈ ਨਾ। ਤੇ ਜੇ ਘਰ ਦੇ ਵਿੱਚ ਪੁੱਤ ਹੋਇਆ ਤੇ ਸੁਭਾਵਿਕ ਜੀ ਗੱਲ ਹੈ, ਜੇ ਪਿਤਾ ਠਾਕੁਰ ਹਰਦਾਸ ਜੀ ਨੇ ਤੇ ਘਰ ਦੇ ਵਿੱਚ ਪੁੱਤ ਹੋਇਆ ਤੇ ਉਹਨਾਂ ਨੇ ਨਾਮ ਵੀ ਤੇ ਇਹੀ ਰੱਖਿਆ ਹੋਣਾ ਨਾ, ਰਾਮਦਾਸ। ਉਹ ਹਰਦਾਸ ਨੇ, ਇਹ ਰਾਮਦਾਸ, ਦੋਨੋਂ ਹੀ ਦਾਸ ਨੇ। ਸਮਝ ਰਹੇ ਹੋ ਨਾ? ਨਾਮ ਰੱਖਿਆ ਗਿਆ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਪਰ ਜਗਤ ਵਿੱਚ ਪ੍ਰਸਿੱਧ ਜਿਹੜਾ ਹੋਇਆ ਨਾ, ਉਹ ਭਾਈ ਜੇਠਾ ਜੀ ਕਰਕੇ ਹੋਇਆ। ਛੋਟੀ ਉਮਰ ਦੇ ਵਿੱਚ ਇਤਿਹਾਸਕਾਰ ਲਿਖਦੇ ਕਹਿਣ ਲੱਗੇ ਵੀ 1.5 ਸਾਲ ਦੀ ਉਮਰ ਹੈ, 1.5 ਸਾਲ, ਅਜੇ ਚੰਗੀ ਤਰ੍ਹਾਂ ਆਪਣੀ ਮਾਂ ਦੀ ਪਛਾਣ ਵੀ ਨਹੀਂ ਹੋਈ। ਪਰਮਾਤਮਾ ਅਕਾਲ ਪੁਰਖ ਦਾ ਐਸਾ ਭਾਣਾ ਵਰਤਿਆ ਕਿ ਮਾਤਾ ਦਇਆ ਕੌਰ ਜੀ ਅਕਾਲ ਚਲਾਣਾ ਕਰਕੇ। ਹੁਣ ਅਕਾਲ ਚਲਾਣਾ ਜਦੋਂ ਕੀਤਾ ਨਾ ਮਾਤਾ ਦਇਆ ਕੌਰ ਜੀ ਨੇ ਆਪਣੇ ਹੱਥਾਂ ਦੇ ਨਾਲ, ਬਾਬਾ ਠਾਕੁਰ ਹਰਦਾਸ ਜੀ ਨੇ ਮਾਤਾ
ਦਇਆ ਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ। ਆਪਣੇ ਬੱਚੇ ਨੂੰ, ਭਾਈ ਜੇਠੇ ਨੂੰ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਰੋਂਦੇ ਹੋਏ ਨੂੰ ਗੱਲ ਨਾਲ ਲਾਇਆ, ਕਿਉਂਕਿ ਅੱਜ ਪਹਿਲਾ ਦਿਨ ਸੀ, ਪਹਿਲੀ ਰਾਤ ਸੀ, ਜਿਸ ਰਾਤ ਭਾਈ ਜੇਠੇ ਨੂੰ ਆਪਣੀ ਮਾਂ ਤੋਂ ਬਿਨਾਂ ਕੱਟਣੀ ਪਈ। ਛੋਟੀ ਜੀ ਉਮਰ ਹੈ, ਹੁਣ ਬੱਚੇ ਨੂੰ ਤੇ ਨਹੀਂ ਪਤਾ, ਬੱਚਾ ਰੋ ਰਿਹਾ ਹੈ, ਵਿਲਕ ਰਿਹਾ ਹੈ। ਭਾਈ ਜੇਠਾ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਰੋ ਰਹੇ ਨੇ, ਤੇ ਨਾਲੇ ਪਿਤਾ ਠਾਕੁਰ ਹਰਦਾਸ ਜੀ ਦੁੱਧ ਪਿਆਉਂਦੇ ਐ, ਤੇ ਨਾਲੇ ਆਪਣੇ ਪੁੱਤ ਦੇ ਨਾਲ ਗੱਲਾਂ ਕਰਦੇ ਆ, ਪੁੱਤਰਾ ਚਿੰਤਾ ਨਾ ਕਰ। ਫਿਰ ਕੀ ਹੋਇਆ, ਪ੍ਰਮਾਤਮਾ ਅਕਾਲ ਪੁਰਖ ਦਾ ਭਾਣਾ ਵਰਤਿਆ, ਰੱਬ ਦਾ ਹੁਕਮ ਆਇਆ, ਤੇਰੀ ਮਾਤਾ ਚੜ੍ਹਾਈ ਕਰ ਗਈ ਐ, ਪਿਤਾ ਤੇ ਤੇਰਾ ਮੈਂ ਹਾਂ ਹੀ ਆ, ਅੱਜ ਤੋਂ ਬਾਅਦ ਮੈਂ ਤੇਰੀ ਮਾਂ ਦਾ ਫਰਜ਼ ਵੀ ਮੈਂ ਹੀ ਨਿਭਾਵਾਂਗਾ, ਔਰ ਕਿਸੇ ਚੀਜ਼ ਦੀ ਕਮੀ ਕੋਈ ਨਹੀਂ ਆਉਣ ਦਿੱਤੀ। ਵੇਖੋ ਕਾ ਬੱਚਾ ਆ 1.5 ਸਾਲ ਦਾ, 2 ਸਾਲ ਦਾ, ਤੇ ਘਰ ਵਾਲੀ ਚੜ੍ਹਾਈ ਕਰ ਗਈ। ਹੁਣ ਬਾਬਾ ਠਾਕੁਰ ਹਰਦਾਸ ਜੀ ਜਿਹੜੇ ਨੇ ਉਹ ਮਿਹਨਤ ਵੀ ਕਰਦੇ ਹੋਣਗੇ, ਉਹ ਕੰਮਕਾਰ ਵੀ ਕਰਦੇ ਹੋਣਗੇ, ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਪਾਲਦੇ ਵੀ ਨਹੀਂ, ਔਰ ਪ੍ਰਤਪਾਲਨਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ। ਇਤਿਹਾਸ ਲਿਖਦਾ ਹੈ ਅਜੇ ਥੋੜੀ ਜੀ ਸੁਰਤ ਸੰਭਾਲੀ ਹੈ, ਉਮਰ 6 ਕੇ 7 ਸਾਲ ਦੀ ਹੋਈ ਹੈ, ਰੱਬ ਦਾ ਇੱਕ ਐਸਾ ਹੁਕਮ ਆਇਆ, ਰੱਬ ਦੀ ਇੱਕ ਐਸੀ ਚਿੱਠੀ ਆਈ ਕਿ ਬਾਬਾ ਠਾਕੁਰ ਹਰਦਾਸ ਜੀ ਵੀ ਅਕਾਲ ਚਲਾਣਾ ਕਰ ਗਏ। ਮਾਂ ਪਹਿਲਾਂ ਚੜ੍ਹਾਈ ਕਰ ਚੁੱਕੀ ਹੈ, ਜਿਹਨੇ ਸਾਹਮਣਾ ਸੀ, ਪਿਤਾ ਰਹਿ ਗਿਆ ਸੀ, ਪਿਤਾ ਠਾਕੁਰ ਹਰਦਾਸ ਜੀ ਵੀ ਅਕਾਲ ਚਲਾਣਾ ਕਰ ਗਏ। ਇਹ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜੀਵਨ ਆ, ਜਿਹੜਾ ਅਸੀਂ ਸਾਰੇ ਇਹ ਗੁਰਮਤਿ ਸਮਾਗਮ ਕਰਾ ਰਹੇ ਹਾਂ, ਜਿਨ੍ਹਾਂ ਦਾ ਗੁਰਪੁਰਬ ਮਨਾ ਰਹੇ ਹਾਂ, ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਦਾਸ ਨੇ ਪਹਿਲਾਂ 3 ਹਿੱਸਿਆਂ ਦੀ ਗੱਲ ਕੀਤੀ ਹੈ, ਚੇਤੇ ਰੱਖਿਆ ਜੇ, ਇਹ ਪਹਿਲਾ ਹਿੱਸਾ ਹੈ। ਇੱਕ ਅਦੀਬ ਨੇ ਬੜੀ ਪਿਆਰੀ ਗੱਲ ਲਿਖੀ, ਉਹ ਕਹਿੰਦਾ ਮਾਵਾਂ ਹੁੰਦੀਆਂ ਠੰਡੀਆਂ ਛਾਵਾਂ, ਕਹਿੰਦਾ ਮਾਂ ਜਿਹਾ ਨਾ ਕਿਤੇ ਪਿਆਰ ਲੋਕੋ, ਜਿਸ ਬੱਚੇ ਦਾ ਪਿਤਾ ਤੇ ਮਾਂ ਚੜ੍ਹਾਈ ਕਰ ਜੇ, ਉੱਜੜ ਜਾਂਦਾ ਉਹਦਾ ਸੰਸਾਰ ਲੋਕੋ। ਲੋਕ ਆਖਦੇ ਇੱਥੇ ਅਨਾਥ ਬੱਚਾ, ਲੋਕ ਆਖਦੇ ਇੱਥੇ ਅਨਾਥ ਬੱਚਾ ਬਣ ਜਾਂਦਾ ਹੈ ਚੋਰ ਯਾਰ ਜਾਂ ਜਵਾਰ ਲੋਕੋ, ਹੋਵੇ ਰੱਬ ਦੀ ਨਿਗਾਹ ਸਵਲੜੀ ਜੇ, ਉਹ ਲੈਂਦਾ ਹੈ ਜਨਮ ਸਵਾਰ ਲੋਕੋ। ਨਹੀਂ ਤੇ ਅਨਾਥ ਹੈ, ਅਨਾਥ ਨੂੰ ਕਿੰਨੇ ਸਾਹਮਣੇ। ਪਿਤਾ ਠਾਕੁਰ ਹਰਦਾਸ ਜੀ ਦਾ ਅੰਤਿਮ ਸੰਸਕਾਰ ਹੋਇਆ, ਸਚਾਈ ਹੈ ਇਹ, ਮੈਂ ਆਪਣੇ ਕੋਲੋਂ ਗੱਲ ਨਹੀਂ ਜੇ ਬਣਾ ਕੇ ਕਹਿ ਰਿਹਾ, ਇਹ ਗੁਰੂ ਸਾਹਿਬ ਦਾ ਇਤਿਹਾਸ ਹੈ। ਰਿਸ਼ਤੇਦਾਰ ਤੇ ਪਿਤਾ ਠਾਕੁਰ ਹਰਦਾਸ ਜੀ ਦੇ ਅੰਤਿਮ ਸੰਸਕਾਰ ਤੇ ਇਕੱਠੇ ਹੋਏ, ਰਿਸ਼ਤੇਦਾਰ ਤੇ ਇਕੱਠੇ ਹੋਏ, ਪਰ ਅੰਤਿਮ ਅਰਦਾਸ ਜਦੋਂ ਅੰਤਿਮ ਸੰਸਕਾਰ ਹੋਇਆ ਨਾ, ਉਸ ਵੇਲੇ ਸਾਰੇ ਦੇ ਸਾਰੇ ਆਪੋ ਆਪਣੇ ਘਰਾਂ ਨੂੰ ਮੁੜ ਗਏ, ਤੇ ਕਿਸੇ ਨੇ ਨਹੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬਾਹ ਫੜ ਕੇ, ਭਾਈ ਜੇਠਾ ਜੀ ਦੀ ਬਾਹ ਫੜ ਕੇ ਇਹ ਗੱਲ ਕਹੀ, ਪੁੱਤਰਾ ਆ, ਜੇ ਤੇਰੀ ਮਾਂ ਨਹੀਂ, ਤੇਰਾ ਬਾਪ ਨਹੀਂ, ਤੈਨੂੰ ਕੋਈ ਪਾਲਣ ਵਾਲਾ ਨਹੀਂ, ਤੈਨੂੰ ਕੋਈ ਸਾਂਭਣ ਵਾਲਾ ਨਹੀਂ, ਆ ਜਿੱਥੇ ਸਾਡੇ ਬੱਚੇ 2 ਪ੍ਰਸ਼ਾਦੇ ਛਕਦੇ ਨੇ, ਉੱਥੇ ਤੂੰ ਵੀ ਘਰ ਦੇ ਵਿੱਚ ਸਾਡੇ ਰਹਿ ਕੇ 2 ਪ੍ਰਸ਼ਾਦੇ ਛਕ ਲਿਆ ਕਰੀ। ਕਿਸੇ ਨੇ ਬਾਹ ਕੋਈ ਨਹੀਂ ਫੜੀ, ਇਹ ਸਚਾਈ ਜੀ। ਨਾਨੀ ਆਈ ਸੀ, ਨਾਨੀ ਨੇ ਵੇਖਿਆ ਵੀ ਘਰ ਦੇ ਵਿੱਚ ਮੇਰਾ ਦੋਤਾ ਇਕੱਲਾ ਹੀ ਬੈਠਾ, ਨਾ ਕੋਈ ਚਾਚਾ ਨਾ ਕੋਈ ਤਾਇਆ, ਚੁੰਨਾ ਮੰਡੀ ਲਾਹੌਰ ਦੀ ਘਟਨਾ ਜੇ, ਨਾ ਕੋਈ ਚਾਚਾ ਨਾ ਕੋਈ ਤਾਇਆ ਨਾ ਕੋਈ ਰਿਸ਼ਤੇਦਾਰ ਨਾ ਕੋਈ ਦੋਸਤ, ਕੋਈ ਵੀ ਨਹੀਂ। ਉਮਰ ਕੀ ਹੈ? 6-7 ਸਾਲ ਦੀ। ਹੁਣ ਨਾਨੀ ਨੇ ਵੇਖਿਆ, ਨਾਨੀ ਕਹਿੰਦੀ ਪੁੱਤਰਾ ਚਿੰਤਾ ਨਾ ਕਰ, ਜਦ ਤੱਕ ਮੇਰੇ ਇਹ ਹੱਡ ਪ੍ਰਾਣ ਆ ਨਾ, ਮੇਰੇ ਇਹ ਹੱਡ ਪ੍ਰਾਣ ਆ, ਜਦ ਤੱਕ ਸਾਹ ਚੱਲਦੇ ਆ, ਪੁੱਤਰਾ ਚਿੰਤਾ ਨਾ ਕਰ, ਆਪਾਂ ਨਾਨੀ ਦੋਤਾ ਦੋਵੇਂ ਜਣੇ ਇਕੱਠੇ ਹੋ ਕੇ ਜੀਵਨ ਜਿਹੜਾ ਉਹ ਬਤੀਤ ਕਰਾਂਗੇ, ਜਦ ਤੱਕ ਹੱਡ ਪ੍ਰਾਣ ਸਾਹ ਚੱਲਦੇ ਆ ਮੈਂ ਤੇਰੇ ਨਾਲ ਆ। ਸਤਿਗੁਰੂ ਨੇ ਬਾਣੀ ਦੇ ਵਿੱਚ ਬਚਨ ਕਹੇ। ਅੱਜ ਤੇ ਵੇਖੋ ਸਾਰੇ ਦੇ ਸਾਰੇ ਗੁਰੂ ਦੇ ਚਰਨਾਂ ਵਿੱਚ ਆਪਾਂ ਅਰਦਾਸਾਂ ਕਰਦੇ ਆਂ, ਬੇਨਤੀਆਂ ਕਰਦੇ ਆਂ, ਸਤਿਗੁਰੂ ਸਾਡੇ ਜੀਵਨ ਦੇ ਵਿੱਚ ਦੁੱਖ ਆ ਤੇ ਸਤਿਗੁਰੂ ਸਾਡੀਆਂ ਤਕਲੀਫਾਂ ਨੂੰ ਦੂਰ ਕਰੋ। ਪਰ ਇਹ ਸੱਚਾਈ ਹੈ, ਜਿਸ ਵੇਲੇ ਜੀਵਨ ਦੇ ਵਿੱਚ ਔਖਾ ਟਾਈਮ ਆਉਂਦਾ ਨਾ, ਆਪਣੇ ਨੇ ਜਿਹੜੇ ਆਪਣੇ, ਸਭ ਤੋਂ ਪਹਿਲਾਂ ਉਹ ਮੂੰਹ ਮੋੜਦੇ ਆ। ਬਗਾਨੇ ਤੇ ਬਗਾਨੇ ਹੀ ਹੁੰਦੇ ਆ,
ਪਰ ਜਿਹੜੇ ਔਖੇ ਸਮੇਂ ਜੇਕਰ ਕੋਈ ਮੂੰਹ ਮੋੜਦਾ ਨਾ ਤੇ ਸਭ ਤੋਂ ਪਹਿਲਾਂ ਆਪਣੇ ਜਿਨ੍ਹਾਂ ਤੇ ਬੜਾ ਵੱਡਾ ਵਿਸ਼ਵਾਸ ਹੁੰਦਾ ਹੈ। ਸਤਿਗੁਰੂ ਨੇ ਬਾਣੀ ਦੇ ਵਿੱਚ ਐਵੇਂ ਨਹੀਂ ਬਚਨ ਕਹੇ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ ਵਿਪਤ ਪਰੀ ਸਭ ਹੀ ਸੰਗ ਛੱਡਤ। ਕਹਿੰਦੇ ਸਾਰੇ ਸਾਥ ਛੱਡ ਜਾਂਦੇ ਆ, ਕੋਈ ਨਾ ਆਵਤ ਨਹੀਂ ਰਹੇ। ਔਰ ਕਮਾਲ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਕਹੀ, ਕਹਿਣ ਲੱਗੇ ਜਿਹਦੇ ਨਾਲ ਸਭ ਤੋਂ ਜ਼ਿਆਦਾ ਨਜ਼ਦੀਕੀ ਰਿਸ਼ਤਾ ਹੁੰਦਾ ਹੈ ਉਹ ਹੈ ਘਰ ਵਾਲੀ ਤੇ ਘਰ ਵਾਲਾ। ਇਸ ਤੋਂ ਜ਼ਿਆਦਾ ਨਜ਼ਦੀਕੀ ਰਿਸ਼ਤਾ ਤੇ ਹੋਰ ਨਹੀਂ ਨਾ ਹੈਗਾ ਦੁਨੀਆ 'ਚ ਕੋਈ। ਮਾਲਕ ਜੀ ਕਹਿੰਦੇ ਜਦੋਂ ਔਖਾ ਸਮਾਂ ਆ ਜਾਂਦਾ ਤੇ ਕਈ ਵਾਰੀ ਘਰ ਵਾਲੀ ਤੇ ਘਰ ਵਾਲਾ ਵੀ ਮੂੰਹ ਮੋੜ ਜਾਂਦੇ ਆ। ਉਹ ਕਹਿੰਦੀ ਮੈਂ ਨਹੀਂ ਰਹਿਣਾ। ਇੱਕ ਅਦੀਬ ਨੂੰ ਮੈਂ ਪੜ੍ਹ ਰਿਹਾ ਸਾਂ, ਭਗਤ ਪਿਊਖ, ਉਹਨੇ ਬੜੀ ਪਿਆਰੀ ਗੱਲ ਲਿਖੀ ਜੇ ਔਖੇ ਸਮੇਂ ਤੇ। ਉਹ ਕਹਿੰਦਾ ਜੇ 4 ਪੈਸੇ ਤੁਹਾਡੇ ਕੋਲ ਹੈਗੇ ਆ ਨਾ ਤੇ ਤੁਹਾਡਾ ਸਨਮਾਨ ਆ ਸਮਝਿਓ। ਦੱਸ ਇਸ ਕਰਕੇ ਬੇਨਤੀ ਕਰ ਰਿਹਾ ਹੈ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਕਿ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਵੀ ਮਾਇਆ ਜੀਵਨ ਦੇ ਵਿੱਚ ਜ਼ਰੂਰੀ ਹੈ। ਮਾਇਆ ਤਿਆਗਣ ਵਾਸਤੇ ਨਹੀਂ ਕਿਹਾ। ਮਾਇਆ ਦੇ ਨਾਲ ਤੇ ਸਤਕਾਰ ਬਣਦਾ ਹੈ, ਮਾਇਆ ਦੇ ਨਾਲ ਤੇ ਬਿਜ਼ਨਸ ਸਾਰੇ ਦਾ ਸਾਰਾ ਬੰਦਾ ਕਰਦਾ ਹੈ, ਮਾਇਆ ਦੇ ਨਾਲ ਤੇ ਕਾਰੋਬਾਰ ਕਰਨਾ ਹੈ, ਮਾਇਆ ਦੇ ਨਾਲ ਤੇ ਬੱਚਿਆਂ ਦੀਆਂ ਫੀਸਾਂ ਭਰਨੀਆਂ, ਮਾਇਆ ਦੇ ਨਾਲ ਤੇ ਸਾਰੇ ਕੰਮ ਕਰਨੇ ਆ। ਕਿਹੜਾ ਕਹਿੰਦਾ ਵੀ ਮਾਇਆ ਮਾੜੀ ਹੈ? ਨਾ ਨਾ ਨਾ, ਮਾਇਆ ਕੋਈ ਨਹੀਂ ਮਾੜੀ, ਮਾਇਆ ਤੇ ਸਗੋਂ ਚੰਗੀ ਹੈ। ਪਰ ਮਾਇਆ ਨਾਲ ਮੋਹ ਨਹੀਂ ਲਾਉਣਾ, ਮਨ ਨਹੀਂ ਲਾਉਣਾ। ਸਤਿਗੁਰੂ ਨੇ ਕਿਹਾ ਮਾਇਆ ਮਮਤਾ ਮੋਹਣੀ ਹੈ। ਮਾਇਆ ਦੀ ਮਮਤਾ ਮੋਹਣੀ ਹੈ ਵੀ ਜਿਹਨੇ ਆਪਣੇ ਜੀਵਨ ਦਾ ਮਕਸਦ ਹੀ ਮਾਇਆ ਬਣਾ ਲਿਆ, ਪੈਸਾ ਬਣਾ ਲਿਆ। ਹੁਣ ਸੁਣਿਓ, ਉਹ ਭਗਤ ਪਿਊਖ ਹੈ, ਉਹਨੇ ਬੜੀ ਪਿਆਰੀ ਗੱਲ ਕਹੀ। ਉਹ ਕਹਿੰਦਾ ਪੈਸੇ ਬਿਨਾ ਬਾਪ ਪੂਤ ਕੋ ਕਪੂਤ ਕਹੇ। ਜੇ ਬੱਚਾ ਕੰਮ ਕਰਦਾ ਆ ਫਿਰ ਤੇ ਠੀਕ ਹੈ, ਜੇ ਬੱਚਾ ਕੰਮ ਨਹੀਂ ਕਰਦਾ ਸਾਰਾ ਦਿਨ ਗਲੀਆਂ 'ਚ ਗੇੜੇ ਦਿੰਦਾ ਤੇ ਬਾਪੂ ਗਾਲਾਂ ਕੱਢਦਾ ਨਾ। ਅਸੀਂ ਵੀ ਕੱਢਦੇ ਆ ਵੀ ਤੈਨੂੰ ਇੰਨਾ ਪੜ੍ਹਾ ਲਿਖਾ ਦਿੱਤਾ, ਤੇਰੇ ਤੇ ਇੰਨਾ ਖਰਚਾ ਕਰਤਾ ਤੇ ਡੱਕਾ ਤੂੰ ਤੋੜਦਾ ਕੋਈ ਨਹੀਂ। ਪੈਸੇ बिना बाप पूत को कपूत कहे, पैसे बिना भैन कहे किसका तू भाई है, पैसे बिना चाचा भतीजे को कहे तीजा, पैसे बिना चाचा भतीजे को कहे तीजा, पैसे बिना सस कहे किसका तू जवाई है। समझ रहे हो? अजे आदर मान सत्कार। हुण जवाई जावे साइकिल ते सहुरे कहणगे रोज ही आ जांदा ਵੀ ਇਹਦੇ ਨਾਲ ਤੇ ਸਾਡੀ ਬੇਇੱਜ਼ਤੀ। ਜੇ ਜਾਈਏ ਵੱਡੀ ਗੱਡੀ ਲੈ ਕੇ ਉਹਨਾਂ ਨੂੰ ਵੀ ਮਾਣ ਹੁੰਦਾ ਵੀ ਸਾਡਾ ਜਵਾਈ ਅੱਗੇ ਪਿੱਛੇ ਟਰੇਆਂ ਲੈ ਕੇ ਚੁੱਕੀ ਫਿਰਦੇ ਹੁੰਦੇ, ਕਦੀ ਬਿਸਕੁਟ ਵਾਲੀਆਂ ਕਦੀ ਸਮੋਸੇ ਵਾਲੀਆਂ, ਲਓ ਜੀ ਛਕੋ। ਸਮਝ ਰਹੇ ਹੋ? ਜਵਾਈ ਅਮੀਰ ਹੈ, ਗਰੀਬ ਦੀ ਕੋਈ ਪੁੱਛ ਨਹੀਂ। ਸੱਚੀ ਗੱਲ ਹੈ। ਕਹਿੰਦੇ ਪੈਸੇ ਬਿਨਾ ਚਾਚਾ ਭਤੀਜੇ ਕੋ ਕਹੇ ਤੀਜਾ, ਪੈਸੇ ਬਿਨਾ ਸੱਸ ਕਹੇ ਕਿਸਕਾ ਤੂੰ ਜਵਾਈ ਹੈ। ਕਹਿਤ ਪਿਊਖ ਨੈਣ ਪਸਾਰ ਦੇਖੋ कलयुग बीच सब पैसे की बढ़ाई है। 4 पैसे हन ते तुहाडा मान आ, तुहाडी इज्जत है। जे 4 पैसे नहीं है तो फिर नहीं किसी ने तुहाडा सत्कार करना। हुण सुनियो, बाप चढ़ाई कर गया, चाचे ताए रिश्तेदार दोस्त मित्र सारे मुंह फिर गए। नानी मां कहंदी पुत्रा चिंता ना कर, मैं कोल आ। सुनियो ध्यान दे नाल, अज कुछ दिन ते निकले, बड़ा वधिया चलदा रहा। कुछ दिनों के बाद भाई जेठा जी गुरु रामदास सच्चे पातशाह जी अपने साथियों के नाल खेड के किधरे आए ते रात नूं आन के नानी नूं कहंदे नानी प्रशादा। नानी दी अखां च अथरू, नानी दी अखां च अथरू ते रो के नानी ने यह गल कही, कहंदे कि पुत्रा आ पानी दा गिलास फड़ ते पानी पी के सौ जा। नानी क्यों, की गल है? प्रशादा नहीं बनाया? वो कैसा मंजर होएगा, वो कैसा वो समा होएगा। ते नानी ने रो के अखां दे विच अथरू भर के ये गल कही, पुत्रा जदों मैं तेरे कोल रही सां मैं ये गल ये सोच रखी सी, एक प्रण कीता सी कि मैं अपने दोते नूं कदी भुखा नहीं सौण देंगी, पर मैं अज मजबूर हाँ। नानी गल की हुई, क्यों नहीं प्रशादा बनाया? ते नानी ने जवाब दिता रो के, कहती पुत्रा प्रशादा कित्थों बनावा, घर दे विच ते रश नहीं है, नहीं कादा बने। वो दिन भाई जेठा सतगुरु गुरु रामदास सच्चे पातशाह जी ने रात भुखिया कटी। और जिस सतगुरु गुरु रामदास सच्चे पातशाह जी ने रात भुखिया कटी, कहंदे करते दी कुदरत वेख रही सी। जेड़ा ए भाई जेठा आप रातां भुखियां कट रहा आ, कहन लगे आउण वाले समय दे विच इहने ऐसा चबर छतर तखत दा पातशाह बनना आ
ਕਹਿੰਦੇ ਕੁੱਲ ਦੁਨੀਆ ਦੇ ਵਿੱਚ ਇੱਕੋ ਇੱਕ ਇਹਦੀ ਨਗਰੀ ਹੋਏਗੀ, ਇੱਕੋ ਇੱਕ ਇਹਦਾ ਸ਼ਹਿਰ ਹੋਏਗਾ ਜਿਸ ਨਗਰ ਦੇ ਵਿੱਚ, ਜਿਸ ਸ਼ਹਿਰ ਦੇ ਵਿੱਚ ਕਦੇ ਕੋਈ ਭੁੱਖਾ ਨਹੀਂ ਸੋਏਗਾ, ਤੇ ਉਹ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ। ਸਚਾਈ ਹੈ, ਤੁਸੀਂ ਇਸ ਨਗਰੀ ਦੇ ਰਹਿਣ ਵਾਲੇ ਜੇ। ਦੁਨੀਆ ਦੇ ਵਿੱਚ ਵੇਖੋ, ਅਮਰੀਕਾ ਵੀ ਹੈ ਜਿਹਨੂੰ ਯੂਨਾਈਟਿਡ ਸਟੇਟ ਆਫ ਅਮਰੀਕਾ ਕਿਹਾ ਜਾਂਦਾ ਹੈ, ਉਹਨੂੰ ਦੁਨੀਆ ਦੀ ਤਾਕਤ ਕਿਹਾ ਜਾਂਦਾ ਹੈ। ਹੋ ਸਕਦਾ ਹੈ ਅਮਰੀਕਾ ਦੇ ਵਿੱਚ ਵੀ ਕਈ ਲੋਕ ਐਸੇ ਹੋਣ ਜਿਹੜੇ ਸ਼ਹਿਰਾਂ ਦੇ ਵਿੱਚ ਰਾਤ ਨੂੰ ਭੁੱਖੇ ਸੌਂਦੇ ਹੋਣ। ਦੁਨੀਆ ਦੇ ਵਿੱਚ ਜੇਕਰ ਕੋਈ ਇਹੋ ਜਿਹਾ ਸ਼ਹਿਰ ਹੈ ਜਿੱਥੇ ਰਾਤ ਨੂੰ ਕਦੇ ਕੋਈ ਭੁੱਖਾ ਨਹੀਂ ਸੌਂਦਾ, ਜਿਹਨੂੰ ਪ੍ਰਸ਼ਾਦੇ ਦੀ ਲੋੜ ਆ, ਉਹ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਚਲਾ ਜਾਏ ਤੇ ਉਹ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ। ਇਹ ਪਵਿੱਤਰ ਸਥਾਨ ਗੁਰੂ ਰਾਮਦਾਸ ਜੀ ਦਾ ਘਰ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਰਾਤ ਭੁੱਖਿਆ ਕੱਟੀ, ਤੇ ਰਾਤ ਭੁੱਖਿਆ ਕੱਟ ਕੇ ਨਾ ਅੰਮ੍ਰਿਤ ਵੇਲੇ ਉੱਠੇ, ਨਾਨੀ ਨੂੰ ਕਹਿੰਦੇ ਨਾਨੀ ਇਉਂ ਕਰ, ਮੈਨੂੰ ਕੁੰਗਣੀਆਂ ਵਾਲ ਦੇ, ਕਣਕ ਵਾਲ ਦੇ। ਨਾਨੀ ਕਹਿੰਦੀ ਪੁੱਤਰਾ ਕਾਹਦੇ ਵਾਸਤੇ? ਕਹਿੰਦਾ ਨਾਨੀ ਮੈਂ ਕੁੰਗਣੀਆਂ ਵੇਚ ਕੇ ਆਵਾਂਗਾ, ਆਪਣੇ ਘਰੇ ਰਾਸ਼ਨ ਨਹੀਂ ਹੈਗਾ। ਮੈਂ ਵੇਖੋ ਉਮਰ 6-7 ਸਾਲ ਦੀ ਹੈ, ਜਿਹੜੀ ਉਮਰ ਪੜਨ ਦੀ ਆ, ਜਿਹੜੀ ਉਮਰ ਖੇਡਣ ਕੁੱਦਣ ਦੀ ਆ। ਭਾਈ ਜੇਠਾ ਸਤਿਗੁਰੂ ਗੁਰੂ ਰਾਮਦਾਸ ਆਪਣੀ ਨਾਨੀ ਨੂੰ ਕਹਿ ਰਿਹਾ, ਕਹਿੰਦਾ ਨਾਨੀ ਮੈਨੂੰ ਕੁੰਗਣੀਆਂ ਵਾਲ ਦੇ, ਮੈਂ ਕੁੰਗਣੀਆਂ ਵੇਚ ਕੇ ਆਵਾਂਗਾ। ਨਾਨੀ ਤੂੰ ਰਾਤ ਕਿਹਾ ਸੀ ਆਪਣੇ ਘਰੇ ਰਾਸ਼ਨ ਹੈ ਨਹੀਂ, ਤੇ ਨਾਨੀ ਜਿਹੜੀਆਂ ਕੁੰਗਣੀਆਂ ਦੀ ਵਟਤ ਹੋਏਗੀ ਨਾ ਮੈਂ ਵੇਚ ਕੇ ਆਵਾਂਗਾ, ਆਉਂਦੀ ਵਾਰੀ ਮੈਂ ਰਾਸ਼ਨ ਲੈ ਕੇ ਆਵਾਂਗਾ, ਤੇ ਤੂੰ ਉਹ ਸੌਦਾ, ਉਹ ਰਾਸ਼ਨ ਦਾ ਪ੍ਰਸ਼ਾਦਾ ਤਿਆਰ ਕਰੀ। ਇਸ ਤਰੀਕੇ ਨਾਲ ਆਪਾਂ ਆਪਣਾ ਜਿਹੜਾ ਆ ਉਹ ਗੁਜ਼ਾਰਾ ਕਰਾਂਗੇ। ਨਾਨੀ ਨੇ ਕੁੰਗਣੀਆਂ ਵਾਲ ਕੇ ਦਿੱਤੀਆਂ, ਤੇ ਭਾਈ ਜੇਠੇ ਜੀ ਨੇ ਕੁੰਗਣੀਆਂ ਵਾਲੀ ਟੋਕਰੀ ਆਪਣੇ ਸਿਰ ਤੇ ਰੱਖੀ। ਔਰ ਚੇਤੇ ਰੱਖਿਆ ਜੇ ਇਹ ਮਜਬੂਰੀ ਸੀ, ਸ਼ੌਂਕ ਨਹੀਂ ਸੀ, ਸਮਝਿਓ ਮਜਬੂਰੀ ਸੀ। ਇੱਕ ਹੁੰਦਾ ਨਾ ਸ਼ੌਂਕ ਦੇ ਨਾਲ ਕੰਮ ਕਰਨਾ, ਸ਼ੌਂਕ ਨਹੀਂ ਸੀ। ਘਰ ਦੇ ਵਿੱਚ ਰਾਸ਼ਨ ਨਹੀਂ ਸੀ ਹੈਗਾ, ਗੁਜ਼ਾਰਾ ਬੜਾ ਮੁਸ਼ਕਲ ਸੀ। ਚਾਚੇ ਤਾਏ ਸਾਰੇ ਦੇ ਸਾਰੇ ਮੂੰਹ ਫੇਰ ਕੇ ਮੁੜ ਕੇ, ਕੋਈ ਨਹੀਂ ਸੀ ਬਾਹ ਫੜਨ ਵਾਲਾ, ਕਿਸੇ ਨੇ ਸਾਥ ਨਹੀਂ ਦਿੱਤਾ। ਤੇ ਮਜਬੂਰੀ ਦੇ ਵਿੱਚ ਭਾਈ ਜੇਠੇ ਨੇ ਕੁੰਗਣੀਆਂ ਵਾਲੀ ਟੋਕਰੀ ਚੁੱਕੀ ਤੇ ਲਾਹੌਰ ਦੀਆਂ ਚੂਨਾ ਮੰਡੀ ਦੀਆਂ ਗਲੀਆਂ ਦੇ ਵਿੱਚ ਆਵਾਜ਼ਾਂ ਦਿੰਦੇ ਫਿਰਦੇ ਨੇ। ਸੱਥਾਂ ਤੇ ਜਾ ਕੇ, ਜਿੱਥੇ ਕੋਈ ਟੋਭੇ ਤੇ ਜਾ ਕੇ ਲੋਕ ਇਕੱਠੇ ਹੁੰਦੇ ਆ, ਉੱਥੇ ਜਾ ਕੇ ਭਾਈ ਜੇਠਾ ਜੀ ਕੁੰਗਣੀਆਂ ਵੇਚਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਵੇਖੋ ਇਹ ਹੈ ਗਰੀਬੀ। ਤੇ ਭਾਈ ਜੇਠਾ ਜੀ ਨੇ ਸ਼ਾਮ ਨੂੰ ਕੁੰਗਣੀਆਂ ਵੇਚ ਕੇ ਸੌਦਾ ਲਿਆਂਦਾ, ਤੇ ਜਦੋਂ ਸੌਦਾ ਲਿਆਂਦਾ ਤੇ ਨਾਨੀ ਨੇ ਜਿਹੜਾ ਉਹ ਸਾਰੇ ਦਾ ਸਾਰਾ ਪ੍ਰਸ਼ਾਦਾ ਤਿਆਰ ਕੀਤਾ। ਇਸ ਤਰੀਕੇ ਦੇ ਨਾਲ ਕੁਝ ਦਿਨ ਗੁਜ਼ਰੇ। ਕਹਿੰਦੇ ਇੱਕ ਦਿਨ ਨਾ ਭਾਈ ਜੇਠਾ ਜੀ ਕੁੰਗਣੀਆਂ ਵੇਚਣ ਜਾ ਰਹੇ ਤੇ ਮੀਂਹ ਆ ਗਿਆ, ਮੀਂਹ ਬਰਸਾਤ ਆ ਗਈ। ਬੜੀ ਪਿਆਰੀ ਮੈਂ ਰਾਈਟਰ ਦੀ ਗੱਲ ਪੜ੍ਹ ਰਿਹਾ ਸੀ ਇਤਿਹਾਸ ਦੇ ਵਿੱਚ। ਪੁਰਾਣੇ ਸਮੇਂ ਦੇ ਵਿੱਚ ਘਰ ਕੱਚੇ ਹੁੰਦੇ ਸਨ, ਤੇ ਜਦੋਂ ਮੀਂਹ ਆ ਗਿਆ ਨਾ, ਤੇ ਜਿਹੜਾ ਬਾਹਰਲੇ ਪਾਸੇ ਚੌਂਕਾ ਸੀ ਨਾ, ਕਮਰੇ ਦੇ ਬਾਹਰਲੇ ਪਾਸੇ ਚੌਂਕਾ, ਘਰ ਦੇ ਬਾਹਰਲੇ ਪਾਸੇ ਚੌਂਕਾ। ਅੱਜ ਤੇ ਸਾਡੀਆਂ ਰਸੋਈਆਂ ਬਣੀਆਂ ਹੋਈਆਂ, ਅੱਜ ਅਸੀਂ ਬੜੇ ਐਡਵਾਂਸ ਹੋ ਗਏ ਆ। ਬਾਹਰਲੇ ਪਾਸੇ ਚੌਂਕਾ ਬਣਿਆ ਹੋਇਆ ਸੀ, ਤੇ ਚੌਂਕੇ ਦੀ ਜਿਹੜੀ ਕੰਧ ਸੀ ਨਾ, ਬਰਸਾਤ ਦੇ ਨਾਲ ਡਿੱਗ ਪਈ, ਢਹਿ ਗਈ। ਨਾਨੀ ਨੇ ਭਾਈ ਜੇਠੇ ਨੂੰ ਆਵਾਜ਼ ਮਾਰੀ, ਪੁੱਤਰਾ ਵਾਪਸ ਆ ਜਾ। ਨਾਨੀ ਕੀ ਹੋਇਆ? ਭਾਈ ਜੇਠੇ ਨੂੰ ਕਹਿਣ ਲੱਗੀ, ਆ ਵੇਖ ਆਪਣੀ ਕੰਧ ਡਿੱਗ ਪਈ। ਤੇ ਨਾਨੀ ਫਿਰ ਕੀ ਹੈ? ਕੰਧ ਡਿੱਗ ਪਈ ਹੈ, ਕੋਈ ਗੱਲ ਨਹੀਂ, ਮੈਂ ਕੁੰਗਣੀਆਂ ਵੇਚ ਕੇ ਆ ਜਾਣਾ। ਕਹਿੰਦੀ ਨਹੀਂ ਪੁੱਤਰਾ, ਆ ਜਿਹੜੀ ਕੱਚੀ ਕੰਧ ਦੀਆਂ ਕੱਚੀਆਂ ਇੱਟਾਂ ਨੇ ਨਾ, ਆਪਾਂ ਨਾਨੀ ਦੋ ਤਾਂ ਇਹਨਾਂ ਇੱਟਾਂ ਨੂੰ ਸੰਭਾਲਦੇ ਆ, ਸਮਝ ਗਏ ਹੋ? ਕੱਚੀਆਂ ਇੱਟਾਂ, ਆਪਾਂ ਇਹਨਾਂ ਇੱਟਾਂ ਨੂੰ ਸੰਭਾਲ ਕੇ ਆਪਣੇ ਕਮਰੇ ਦੇ ਵਿੱਚ ਆਪਣੇ ਅੰਦਰ ਰੱਖਦੇ ਆ। ਜੇ ਮੀਂਹ ਇਹਨਾਂ ਇੱਟਾਂ ਦੇ ਉੱਪਰ ਪੈ ਗਿਆ ਜ਼ਿਆਦਾ ਤੇ ਇਹ ਇੱਟਾਂ ਗਲ ਜਾਣੀਆਂ। ਤੇ ਮੈਨੂੰ ਪਤਾ ਹੈ ਆਪਣੇ ਕੋਲੋਂ ਇੱਟਾਂ ਮੁੱਲ ਨਹੀਂ ਲਈਆਂ ਜਾਣੀਆਂ, ਇੰਨੇ ਅਮੀਰ ਨਹੀਂ ਹੈਗੇ ਆਪਾਂ। ਇਹ ਇੱਟਾਂ ਸੰਭਾਲ ਲਈਏ ਹੁਣੇ ਹੀ, ਛੋਟੇ ਛੋਟੇ ਹੱਥਾਂ ਦੇ ਨਾਲ। ਉਹ ਕੱਚੀਆਂ ਇੱਟਾਂ, ਜਿਹੜੀ ਚੌਂਕੇ ਦੀ ਕੰਧ ਜਦੋਂ ਡਿੱਗ ਪਈ ਸੀ, ਭਾਈ ਜੇਠੇ ਨੇ ਉਹ ਇੱਟਾਂ ਸੰਭਾਲੀਆਂ। ਤੇ ਸਚਾਈ ਇਹ ਹੈ, ਕੁਦਰਤ ਦਾ ਵੇਖੋ ਕੈਸਾ ਨਿਯਮ ਹੈ। ਭਾਈ ਜੇਠਾ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਇੱਕ ਸਮਾਂ ਐਸਾ ਸੀ ਕਿ ਚੌਂਕੇ ਦੀ ਕੰਧ ਡਿੱਗ ਪਈ, ਕੱਚੀਆਂ ਇੱਟਾਂ ਦਾ ਵੀ ਫਿਕਰ ਸੀ। ਭਾਈ ਜੇਠੇ ਦੀ ਕਮਾਈ, ਭਾਈ ਜੇਠੇ ਦੀ ਸੇਵਾ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਕੀਤੀ ਹੋਈ ਮਿਹਨਤ, ਜਪਿਆ ਹੋਇਆ ਨਾਮ ਐਸਾ ਰੰਗ ਲਿਆਇਆ
ਜਿਹਦਾ ਕਦੇ ਕੱਚੀਆਂ ਇੱਟਾਂ ਦਾ ਚੌਂਕਾ ਢਹਿ ਗਿਆ ਫਿਕਰ ਸੀ, ਅੱਜ ਉਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਘਰ ਸੋਨੇ ਦਾ ਬਣਿਆ ਹੋਇਆ ਹੈ ਕਿ ਨਾ, ਹੈ ਨਾ। ਔਰ ਇਹ ਸਾਰੇ ਦਾ ਸਾਰਾ ਕਿਵੇਂ ਹੋਇਆ ਭਲਾ? ਇਹ ਆ ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ। ਤੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਮੈਂ ਬਚਨੇ ਵੀ ਸਾਂਝਾ ਨਾਲ ਹੀ ਕਰਦੇ ਆ। ਕਹਿੰਦੇ ਇੱਕ ਵਾਰ ਨਾ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ, ਕਹਿੰਦੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਲਾਹੌਰ ਆਏ, ਨਾਲ ਸਿੱਖ ਵੀ ਨੇ। ਇਤਿਹਾਸਕਾਰਾਂ ਨੇ ਬੜੀ ਪਿਆਰੀ ਗੱਲ ਲਿਖੀ, ਕਹਿੰਦੇ ਨਾਲ ਸਿੱਖ ਵੀ ਨੇ ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਲਾਹੌਰ ਦੀਆਂ ਜਿਹੜੀਆਂ ਗਲੀਆਂ ਸਨ ਉਹਨਾਂ ਨੂੰ ਵੇਖ ਰਹੇ, ਬੜੇ ਧਿਆਨ ਦੇ ਨਾਲ ਨਜ਼ਰ ਮਾਰ ਰਹੇ, ਦੇਖ ਰਹੇ। ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ। ਗੁਰੂ ਰਾਮਦਾਸ ਜੀ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ। ਹੁਣ ਸਿੱਖ ਨੇ ਨਾਲ, ਉਹਨਾਂ ਸਿੱਖਾਂ ਨੇ ਸਵਾਲ ਕੀਤਾ, ਸਤਿਗੁਰੂ ਜੀ ਇਹਨਾਂ ਗਲੀਆਂ ਦੇ ਵਿੱਚ ਤੁਸੀਂ ਘੁੰਗਣੀਆਂ ਵੇਚਦੇ ਰਹੇ ਹੋ, ਸਤਿਗੁਰੂ ਇਹਨਾਂ ਗਲੀਆਂ ਦੇ ਵਿੱਚ ਤੁਸੀਂ ਖੇਡਦੇ ਰਹੇ ਹੋ, ਸਤਿਗੁਰੂ ਜੀ ਇਹ ਚੂਨਾ ਮੰਡੀ ਦੇ ਵਿੱਚ ਤੁਹਾਡਾ ਘਰ ਆ, ਸਤਿਗੁਰੂ ਜੀ ਇਉਂ ਲੱਗਦਾ, ਕਹਿੰਦੇ ਸਤਿਗੁਰੂ ਜੀ ਇਉਂ ਲੱਗਦਾ ਤੁਹਾਨੂੰ ਲੱਗਦਾ ਤੁਹਾਡੀ ਮਾਂ ਦੀ ਯਾਦ ਆ ਗਈ ਹੋਣੀ ਆ। ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਨਹੀਂ, ਮਾਂ ਦੀ ਯਾਦ ਨਹੀਂ ਆਈ। ਕਹਿੰਦੇ ਠੀਕ ਹੈ, ਛੋਟੀ ਉਮਰ ਦੇ ਵਿੱਚ ਮਾਤਾ ਚੜ੍ਹਾਈ ਕਰ ਗਏ, ਲੱਗਦਾ ਹੈ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਹਾਨੂੰ ਤੁਹਾਡੇ ਪਿਤਾ ਬਾਪੂ ਠਾਕੁਰ ਹਰਦਾਸ ਜੀ ਦੀ ਯਾਦ ਆ ਗਈ ਹੋਣੀ ਆ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ। ਸਿੱਖਾਂ ਨੇ ਫਿਰ ਕਿਹਾ, ਕਹਿਣ ਲੱਗੇ ਸਤਿਗੁਰੂ ਲੱਗਦਾ ਹੈ ਤੁਹਾਨੂੰ ਤੁਹਾਡੀ ਨਾਨੀ ਦੀ ਯਾਦ ਆ ਗਈ ਹੋਣੀ ਹੈ, ਇਹ ਨਾਨੀ ਇੱਥੇ ਤੁਹਾਨੂੰ ਘੁੰਗਣੀਆਂ ਉਬਾਲ ਕੇ ਦਿੰਦੀ ਸੀ। ਸਤਿਗੁਰੂ ਕਹਿੰਦੇ ਨਹੀਂ। ਸਿੱਖ ਕਹਿੰਦੇ ਸਤਿਗੁਰੂ ਫਿਰ ਅੱਖਾਂ ਦੇ ਵਿੱਚ ਅਥਰੂ ਭਰੇ ਹੋਏ ਨੇ, ਸਾਨੂੰ ਦੱਸੋ ਤੇ ਸਹੀ ਕਿਸ ਗੱਲ ਦਾ ਤੁਹਾਨੂੰ ਗਮ ਆ, ਕਿਸ ਗੱਲ ਦਾ ਦੁੱਖ ਆ, ਤੁਹਾਡੀਆਂ ਅੱਖਾਂ ਦੇ ਵਿੱਚ ਅਥਰੂ ਕਿਉਂ ਆਏ? ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਾਡੀਆਂ ਅੱਖਾਂ ਦੇ ਵਿੱਚ ਅਥਰੂ ਇਸ ਕਰਕੇ ਆਏ ਕਿ ਸਾਡਾ ਇੱਕ ਇੱਕ ਰੋਮ ਸਤਿਗੁਰੂ ਗੁਰੂ ਨਾਨਕ ਦੇ ਘਰ ਦਾ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਰਿਣੀ ਹੈ। ਇੱਕ ਇੱਕ ਰੋਮ, ਜੇ ਅਸੀਂ ਇੱਕ ਇੱਕ ਰੋਮ ਵੀ ਕੱਟ ਕੇ ਰੋਮ ਕੱਟ ਕੇ ਗੁਰੂ ਦੇ ਚਰਨਾਂ ਦੇ ਵਿੱਚ ਰੱਖ ਦਈਏ, ਜੇ ਗੁਰੂ ਨਾਨਕ ਦੇ ਘਰ ਦਾ ਅਸੀਂ ਕਰਜ਼ਾ ਉਤਾਰ ਸਕੀਏ। ਮਾਲਕ ਜੀ ਕਹਿੰਦੇ ਨਹੀਂ ਉਤਾਰ ਹੋਣਾ। ਮਾਲਕ ਜੀ ਗੱਲ ਕੀ ਆ? ਤੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਉੱਥੇ ਫਿਰ ਬਚਨ ਕਹੇ। ਮਾਲਕ ਜੀ ਕਹਿਣ ਲੱਗੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਦ ਗੁਰ ਬੋਲੇ ਤਬ ਬਿਸਮ ਹੋ ਜਾਏ। ਮਾਲਕ ਜੀ ਕਹਿੰਦੇ ਜਦੋਂ ਗੁਰੂ ਕਰਦੇ ਆ ਨਾ, ਜਦੋਂ ਗੁਰੂ ਦੇ ਗੁਣਾਂ ਨੂੰ ਚੇਤੇ ਕਰਦੇ ਆ, ਮਾਲਕ ਜੀ ਕਹਿੰਦੇ ਅਸੀਂ ਹੈਰਾਨੀ ਦੇ ਵਿੱਚ ਚਲੇ ਜਾਂਦੇ ਆ। ਮਾਲਕ ਜੀ ਨੇ ਬਚਨ ਕਹੇ ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਮਾਲਕ ਜੀ ਕਹਿੰਦੇ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਕੀ ਸੀ ਮੇਰੀ ਅਵਸਥਾ। ਚੇਤੇ ਰੱਖਿਓ ਜੇ, ਬੰਦੇ ਨੂੰ ਨਾ ਆਪਣੀ ਔਕਾਤ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ, ਬੰਦੇ ਨੂੰ ਆਪਣਾ ਪਿਛੋਕੜ ਕਦੇ ਨਹੀਂ ਭੁੱਲਣਾ ਚਾਹੀਦਾ। ਕਈ ਬੰਦੇ ਨਾ ਬੜੀਆਂ, ਜੇ ਬੰਦੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਿਤੇ ਚਾਰ ਪੈਸੇ ਆ ਗਏ ਘਰ ਦੇ ਵਿੱਚ, ਚੰਗਾ ਕਿਤੇ ਬਿਜ਼ਨਸ ਚੱਲ ਪਿਆ, ਬੰਦੇ ਦਾ ਕਿਤੇ ਕਾਰੋਬਾਰ ਵਧੀਆ ਹੋ ਗਿਆ, ਕਾਰਾਂ ਕੁੱਠੀਆਂ ਖਰੀਦ ਲੀਆਂ, ਅਮੀਰੀ ਆ ਗਈ, ਤੇ ਵੱਧ ਕੇ ਉੱਚੇ ਹੋ ਕੇ ਗੱਲ ਕਰਦੇ ਆ, ਹੰਕਾਰ ਦੀਆਂ ਗੱਲਾਂ ਕਰਦੇ ਆ। ਨਹੀਂ, ਬੰਦੇ ਨੂੰ ਆਪਣੇ ਉਹ ਮਾੜੇ ਦਿਨ, ਬੰਦੇ ਨੂੰ ਉਹ ਆਪਣੇ ਗਰੀਬੀ ਵਾਲੇ ਦਿਨ, ਬੰਦੇ ਨੂੰ ਆਪਣੇ ਉਹ ਸਟਰਗਲ ਵਾਲੇ ਦਿਨ, ਬੰਦੇ ਨੂੰ ਆਪਣੇ ਉਹ ਪਿਛਲੇ ਦਿਨ ਕਦੇ ਨਹੀਂ ਭੁੱਲਣੇ ਚਾਹੀਦੇ ਕਿ ਕਦੇ ਮੇਰੇ ਤੇ ਆ ਵੀ ਸਮਾਂ ਹੁੰਦਾ ਸੀ, ਮੈਨੂੰ ਕੋਈ ਘਰ ਦੇ ਵਿੱਚ ਵੜਨ ਵਾਸਤੇ ਤਿਆਰ ਨਹੀਂ ਸੀ ਹੈਗਾ, ਮੇਰੀ ਕੋਈ ਬਾਹ ਫੜਨ ਵਾਸਤੇ ਤਿਆਰ ਨਹੀਂ ਸੀ ਹੈਗਾ। ਤਾਂ ਹੀ ਗੁਰੂ ਸਾਹਿਬ ਨੇ ਕਿਹਾ, ਮਾਲਕ ਜੀ ਕਹਿਣ ਲੱਗੇ ਮਾਲਕਾ ਕੀ ਕਵਾਂ ਤੁਹਾਡੇ ਗੁਣ ਮੈਂ, कैसी तुसी मेरे ते दया की। सतगुरु जी ने बचन कहे, मालिक जी कहते जो हमारी बिद होती मेरे सतगुरा, सा बिद तुम हर जानो आपे। हम सारे पढ़ो एक बारी, हम रुलते फिरते, ये सच्चाई है। शरीर करके भी घर दे विच गरीबी है, ते मन करके भी केड़ा मन टिका दे विच सी उन्हां समयां दे विच। मालिक जी कहते हम रुलते फिरते कोई बात ना पूछता, गुर सतगुर संग कीड़े हम थापे। गुरु साहब ने अपने आप कीड़ा कहा, कीड़ा किरम कहा। आप रहराज साहब की बाणी पढ़ते हैं ना,
सतगुरु गुरु रामदास सच्चे पातशाह जी का शब्द आ बचनिया। मालिक जी कहन लगे ए परमात्मा जी हर के जन सतगुर सतपुरखा। अगे क्या बिनो करो गुर पास। ते अगे की क्या भला कहंदे हम कीड़े गिरम असी कीड़े आ। ये नहीं क्या भी बादशाही प्राप्त हो गई असी हुण बादशाह बन गए असी पातशाह बन गए असी लोकां दीयां झोलियां भरदे आ। ना 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 पातशाही प्राप्त करके दीन दुनिया दे मालक बन के भी सतगुरु गुरु रामदास सच्चे पातशाह जी कहंदे हम कीड़े किरम सतगुर शरणाई। असी कीड़े आ असी किरम आ ते की असी सतगुरु दे सिख हां सतगुरु दी शरण दे विच आ। ते कृपा कर मालिक जी कर दया नाम प्रगास। मैं कहना कदी ऐ सोच ला के गुरु दे चरणों में आ जाइए। आ भावना जिहड़ी गुरु साहब ने सानू दसी आ ना जिहड़ी दित्ती आ ए भावना बना के कदी गुरु दे चरणों दे विच आ जाइए ना। सच्चाई ये है कृपा होन लग्या बख्शिश होन लग्या देर कोई नहीं गुरु ते आवाजा मारदा पिया। सच्चाई ये है असी इहो जी भावना बना के कदी आए नहीं असी ते बन के ही दाते आउणे आ। भगत कबीर साहब ने कहा कहते जे गुरु नूं मिलण वास्ते जाना ही ना गुरु नूं मिलण जाना ही गुरु के दर्शनां वास्ते जाना ही ते कहंदे किसे नूं नाल ना लेके आई। कमाल दी गल नाल ना लेके आई। कहंदे गुरु साहब ते कहंदे होरां नूं लेके आओ। कहंदे नहीं नहीं ये गल चल रही है मन दे विकारां दी। मन दे विच इस देही अंदर पंच चोर वसै पंज चोर बैठे आ काम क्रोध लोभ मोह अहंकार। मालिक जी कहंदे जिदन गुरु दे दर्शन करन जावे ना उधर ये ना बन के जाई भी मैं वकील मैं जज मैं प्रधान मैं लीडर मैं जे मैं वो हुंदा ना हम बड कब कुलीन हम पंडित हम जोगी सन्यासी ज्ञानी गुणी सूर हम दाते ए बुध कबे ना नासी। मालिक जी ने वचन कहे कहंदे कबीर साधु को मिलने जाइए नाल क्या साथ ना लीजै कोई अपने विकारां नूं नाल ना लेके आई अपनी पदवी नूं नाल ना लेके आई। जे गुरु दे दर्शनां वास्ते आउणा आ ते नीवा होके आई। मान हुंदा होए निमाणा ताण हुंदे होए निताणा। मालिक जी कहंदे को ऐसा भगत सदाए अण हुंदे आप वडाए को ऐसा भगत सदाए। और ये अवस्था बनदी है ये कल्लियां गल्लां ही नहीं। तुसीं कहोगे भी भाई साहब ये गुरबाणी के शब्द ने ये पहुंचना बड़ा औखा नहीं। अज जिन्हां दा गुरपुरब मना रहे हैं प्रकाश दिहाड़ा मना रहे हैं ना वेखो इन्हां दा जीवन सतगुरु गुरु रामदास जी का कुछ सिख भी लईए कुछ पल्ले भी पा लीए। ये थोड़ा भी एडा वड्डा समागम कराया चंगा प्रशादा हलवाई मंगा के बनवाया है ना तरह तरह के आप पकवान मंगाए बनवाए पकौड़े भी खाधे कॉफियां भी पीतियां सब कुछ ते शाम नूं घरे गए ते सानू पुछ लवे हाँ जी गुरु रामदास सच्चे पातशाह के पिता का नाम की सी ते हस के विखा दईए। हुंदा ना कई बारी इत्थे रिपोर्टर ही आ जे मन लो आ जे आ जेड़े बाहर फिरदे आ ना कॉफियां पींदे जिन्हां दा ध्यान इधर आ ते ओ रिपोर्टर अगे मूंह दे अगे बैक कर देवे हाँ जी दसो तुसीं गुरमत समागम कराया है तुसीं रुपया 5-7 लाख ला दिता तुसीं प्रचारकां नूं भी पैसे दिते तुसीं आ सारा टेंट वाले नूं लाइट वाले नूं सारिआं नूं पैसे दिते ते दसो ते सही भी गुरु रामदास सच्चे पातशाह जी ने की भला सानूं उपदेश दिता की खवांगे। तो फिर वो हस के विखाते सानू नहीं पता जी आ हुंदा ही है ना कई बार अजकल तो रिपोर्टर इस तरह ही करते हैं भी वो फिर जो टीवी ते आउंदा है ना टीवी ते आउंदा आ ते बड़ी वड्डी बेइज्जती हुंदी। मैं इस करके गल कह रहा भी साडे नाल भी इहो जिहा कुछ ना होवे कुछ सानू पता लगे भी गुरमत समागम कराए ने कुछ सिखिए। ते ये है गुरु रामदास सच्चे पातशाह जी ने वचन कहे मालिक जी कहन लगे साडे रोण दा साडियां अखां दे विच अथरू आउण दा कारण यह है कि गुरु ने साडे ते बख्शिश कीती है असी की सां। कहन लगे हम रुलते फिरते कोई बात ना पूछता गुर सतगुर संग कीड़े हम थापे। ये ते मेरे वर्गे कीड़े नूं गुरु ने नवाज दिता। कहंदे धन धन गुरु नानक जन केरा जित मिलिया चूके सब सोग संतापे। लाहौर तो चूना मंडी तो भाई जेठा जी सतगुरु गुरु रामदास सच्चे पातशाह जी बासर के आए ते बासर के भी घुंगणियां वेचियां ते इथों मिलाप होया गुरु अमरदास सच्चे पातशाह जी दे नाल। हुण गुरु अमरदास सच्चे पातशाह जी दे नाल जदों मिलाप होया ना हुण ए जे स्ट्रगल मेहनत दा टाइम ते सतगुरु गुरु अमरदास सच्चे पातशाह जी अपने नाल ले आए गोइंदवाल साहब।
ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਜੇਠੇ ਦੇ ਰੂਪ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਹੁਣ ਸੇਵਾ ਆਰੰਭ ਕਰ ਦਿੱਤੀ। ਘਟਨਾਵਾਂ ਤੇ ਬੜੀਆਂ ਜੇ, ਕਿਉਂਕਿ ਇੱਕ ਸਾਲ ਨਹੀਂ, ਚੇਤੇ ਰੱਖਿਆ ਜੇ ਕਈ ਸਾਲ ਨਿਰੰਤਰ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਿਹੜੀ ਹੈ ਉਹ ਸੇਵਾ ਨਿਭਾਈ ਹੈ। ਮੈਂ ਇੱਕ ਘਟਨਾ ਜ਼ਰੂਰ ਸਾਂਝੀ ਕਰਾਂਗਾ ਇੱਥੇ। ਮੈਂ ਸਵੇਰ ਦੇ ਦੀਵਾਨਾਂ ਦੇ ਵਿੱਚ ਵੀ ਜਿਹੜੀ ਹੈ ਉਹ ਲਾਈਵ ਚੱਲਦਾ ਆ ਗੁਰਦੁਆਰਾ ਮਾਡਲ ਟਾਊਨ ਐਕਸਟੈਂਸ਼ਨ ਤੋਂ ਜਿਹੜਾ ਆ ਉਹ ਕੇਬਲ ਦੇ ਉੱਪਰ, ਤੇ ਮੈਂ ਸਵੇਰੇ ਵੀ ਸਾਂਝੀ ਇੱਕ ਘਟਨਾ ਕੀਤੀ ਸੀ, ਧਿਆਨ ਨਾਲ ਸੁਣਿਓ। ਕਹਿੰਦੇ ਵੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨਾ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ। ਬੌਲੀ ਸਾਹਿਬ, ਹੁਣ ਜਿਹੜੀ ਬੌਲੀ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਣਵਾਈ, ਇਹਦਾ ਵੀ ਇੱਕ ਕਾਰਨ ਸੀ। ਤਲਾਬ ਵੰਡੇ ਹੋਏ ਸਨ, ਖੂਹ ਵੰਡੇ ਹੋਏ ਸਨ, ਤੇ ਉਹਨਾਂ ਤਲਾਬਾਂ ਤੋਂ ਕੁੱਤਾ ਪਾਣੀ ਪੀ ਜੇ, ਤਲਾਬ ਦਾ ਪਾਣੀ ਪਟਿਆ ਨਹੀਂ ਸੀ ਜਾਂਦਾ, ਖਰਾਬ ਨਹੀਂ ਸੀ ਹੁੰਦਾ। ਜੇ ਇੱਕ ਸ਼ੂਦਰ ਪਾਣੀ ਪੀ ਜਾਂਦਾ ਸੀ ਨਾ, ਤੇ ਕਹਿੰਦੇ ਹੁੰਦੇ ਸਨ ਵੀ ਤਲਾਬ ਵੀ ਪਟਿਆ ਗਿਆ, ਤਲਾਬ ਦਾ ਪਾਣੀ ਵੀ ਪਟਿਆ ਗਿਆ, ਖੂਹ ਵੀ ਪਟਿਆ ਗਿਆ, ਖੂਹ ਦਾ ਪਾਣੀ ਵੀ ਪਟਿਆ ਗਿਆ। ਇਹ ਅੱਜ ਤੱਕ ਇਹਨਾਂ ਦੇ ਅੰਦਰ ਸੋਚ ਇਹੀ ਹੈ। ਮੈਂ ਕਿਸੇ ਦੀ ਖਿਲਾਫੀਅਤ ਨਹੀਂ ਕਰ ਰਿਹਾ, ਇਹ ਸੱਚਾਈ ਹੈ। ਇਹ ਹੈ ਵੀ ਜਿੱਦਾਂ ਕਹਿ ਲਓ ਵੀ ਜਾਤ ਪਾਤ ਚਾਰਾਂ ਹਿੱਸਿਆਂ ਦੇ ਵਿੱਚ ਸਮਾਜ ਨੂੰ ਵੰਡਿਆ ਹੋਇਆ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਦੇ ਵਿੱਚ ਵੰਡਿਆ ਹੋਇਆ ਸੀ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਬਰਾਬਰਤਾ ਦੇਣ ਵਾਸਤੇ, ਇੱਕ ਕਰਨ ਵਾਸਤੇ ਫਿਰ ਬੌਲੀ ਸਾਹਿਬ ਦੀ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਵੀ ਇੱਥੇ ਕੋਈ ਵੀ ਆਵੇ ਆਣ ਕੇ ਇਸ਼ਨਾਨ ਕਰ ਸਕਦਾ, ਕੋਈ ਵੀ ਆਵੇ। ਇੱਥੇ ਕਿਸੇ ਨੂੰ ਇਹ ਨਹੀਂ ਕਿਹਾ ਜਾ ਸਕਦਾ, ਪਹਿਲਾਂ ਇਹ ਨਹੀਂ ਪੁੱਛਿਆ ਜਾਏਗਾ ਵੀ ਹਾਂ ਵੀ ਦੱਸ ਕਿਹੜੀ ਜਾਤ ਦਾ, ਇਹ ਥੋੜਾ ਪੁੱਛਿਆ ਜਾਂਦਾ। ਹੁਣ ਗੁਰਦਾਰੇ ਆਪਾਂ ਦਰਬਾਰ ਸਾਹਿਬ ਜਾਂਦੇ ਆ, ਇੱਥੇ ਕੋਈ ਵੀ ਆਵੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਇੱਥੇ ਤੇ ਕੋਈ ਵੀ ਆਵੇ, ਇੱਥੇ ਕਿਸੇ ਮਰਜ਼ੀ ਧਰਮ ਦਾ ਆਵੇ, ਕਿਸੇ ਮਰਜ਼ੀ ਜਾਤ ਦਾ ਆਵੇ, ਸਾਰਿਆਂ ਨੂੰ ਹਰਮੰਦਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਬਰਾਬਰਤਾ ਹੈ। ਖੈਰ, ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਤੇ ਬੜੀ ਪਿਆਰੀ ਇੱਕ ਘਟਨਾ। ਕਹਿੰਦੇ ਜਦੋਂ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ ਨਾ, ਤੇ ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆਪਣੇ ਘਰਾਂ ਦੇ ਵਿੱਚੋਂ, ਵੱਡੀ ਗਿਣਤੀ ਦੇ ਵਿੱਚ ਘਰਾਂ ਦੇ ਵਿੱਚੋਂ ਗੋਇੰਦਵਾਲ ਸਾਹਿਬ ਪਹੁੰਚੀਆਂ ਹੋਈਆਂ ਸਨ। ਹੁਣ ਜਦੋਂ ਸੇਵਾ ਕਰਨ ਵਾਸਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ, ਉਹਨਾਂ ਵਾਸਤੇ ਉਹਨੇ ਟੋਕਰਿਆਂ ਦੀ, ਟੋਕਰੀਆਂ ਦੀ ਵੀ ਲੋੜ ਹੈ, ਤਸਲਿਆਂ ਦੀ ਵੀ ਲੋੜ ਹੈ, ਉਹਨੀਆਂ ਕਈਆਂ ਦੀ ਵੀ ਲੋੜ ਆ, ਕਿਉਂਕਿ ਸੇਵਾ ਕਰਨੀ ਆ। ਬੌਲੀ ਸਾਹਿਬ ਦੇ ਵਿੱਚੋਂ ਮਿੱਟੀ ਕੱਢ ਕੇ ਲਿਆਉਣੀ ਆ, ਤਸਲਿਆਂ ਦੇ ਵਿੱਚ, ਟੋਕਰਿਆਂ ਦੇ ਵਿੱਚ, ਉਹ ਸਾਰੇ ਇਨੂਆਂ ਦੀ ਲੋੜ ਆ, ਉਹ ਸਾਰਾ ਕੁਝ ਸੀ। ਸਾਰੇ ਵੱਡੀ ਗਿਣਤੀ ਦੇ ਵਿੱਚ ਪਟਾਈ ਵਾਲੇ, ਢਵਾਈ ਵਾਲੇ ਸੰਦ ਨੇ ਨਾ ਜਿਹੜੇ, ਉਹ ਮੰਗਵਾਏ ਗਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਹੁਣ ਹੁੰਦਾ ਕੀ ਸੀ ਵੀ ਜਦੋਂ ਸ਼ਾਮ ਦਾ ਵੇਲਾ ਹੁੰਦਾ ਸੀ, ਸਾਰਾ ਦਿਨ ਸੰਗਤ ਸੇਵਾ ਕਰਕੇ ਥੱਕ ਜਾਂਦੀ ਸੀ, ਤੇ ਜਦੋਂ ਗੁਰੂ ਅਮਰਦਾਸ ਜੀ ਕਹਿੰਦੇ ਹੁੰਦੇ ਸਨ ਨਾ ਵੀ ਆਜੋ ਹੁਣ ਸਾਰੀ ਸੰਗਤ ਇਥੋਂ ਬੌਲੀ ਸਾਹਿਬ ਦੀ ਸੇਵਾ ਬੰਦ ਕਰ ਦਿਓ, ਤੇ ਆਓ ਸਾਰੀ ਸੰਗਤ ਹੁਣ ਇਸ਼ਨਾਨ ਪਾਨ ਕਰਕੇ ਆਪਾਂ ਦੀਵਾਨਾਂ ਦੇ ਵਿੱਚ ਆਣ ਕੇ ਬੈਠਣਾ, ਆਪਾਂ ਕੀਰਤਨ ਕਰਨਾ ਆ, ਆਪਾਂ ਪਾਠ ਕਰਨਾ ਆ, ਤੇ ਆਪਾਂ ਪ੍ਰਸ਼ਾਦਾ ਜਿਹੜਾ ਉਹ ਛਕਣਾ ਆ। ਤੇ ਜਦੋਂ ਸਾਰੀ ਸੰਗਤ ਨੂੰ ਇਹ ਹੁਕਮ ਹੁੰਦਾ ਸੀ ਨਾ, ਤੇ ਛੇਤੀ ਛੇਤੀ ਸਾਰੀ ਸੰਗਤ ਆ ਜਿਹੜੀ ਜਲਦੀ ਜਲਦੀ ਕੁਝ ਕੇ ਸੰਗਤਾਂ ਦੇ ਸੰਭਾਲ ਦਿੰਦੀਆਂ ਸਨ ਸਮਾਨ, ਤੇ ਕੁਝ ਸੰਗਤਾਂ ਉਵੇਂ ਹੀ ਛੱਡ ਕੇ ਨਾ ਛੇਤੀ ਛੇਤੀ ਇਸ਼ਨਾਨ ਪਾਨ ਕਰਕੇ, ਕਾਹਲੀ ਹੁੰਦੀ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਆਪਾਂ ਸੁਣਨਾ ਆ, ਕੀਰਤਨ ਸੁਣਨਾ ਆ, ਕਥਾ ਸੁਣਨੀ ਆ, ਗੁਰੂ ਸਾਹਿਬ ਦੇ ਦਰਸ਼ਨਾਂ ਦੇ ਤਾਂ ਅਸੀਂ ਗੁਰੂ ਦੇ ਚਰਨਾਂ 'ਚ ਜਾ ਕੇ ਬੈਠਾਂਗੇ। ਤੇ ਸਾਰੀਆਂ ਸੰਗਤਾਂ ਪ੍ਰਸ਼ਾਦਾ ਛਕ ਕੇ ਤੇ ਆਰਾਮ ਕਰਨ ਲੱਗ ਜਾਂਦੀਆਂ। ਹੁਣ ਦੀਵਾਨ ਸਜਦੇ, ਦੀਵਾਨਾਂ ਦੇ ਬਾਅਦ ਪ੍ਰਸ਼ਾਦਾ ਚੱਲਦਾ, ਤੇ ਪ੍ਰਸ਼ਾਦਾ ਭਾਈ ਜੇਠਾ ਜੀ ਜਿਹੜੇ ਨੇ ਨਾ, ਉਹ ਪ੍ਰਸ਼ਾਦੇ ਦੇ ਵਿੱਚ, ਪੰਗਤਾਂ ਦੇ ਵਿੱਚ ਪ੍ਰਸ਼ਾਦਾ ਵਰਤਾਉਂਦੇ, ਤੱਪੜ ਝਾੜਦੇ, ਸਾਰੀ ਦੀ ਸਾਰੀ ਸੇਵਾ ਕਰਕੇ ਜਦੋਂ ਸਾਰੀ ਸੰਗਤ ਸੌਂ ਜਾਂਦੀ ਹੁੰਦੀ ਸੀ ਨਾ, ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪਣੇ ਹੱਥ ਦੇ ਵਿੱਚ ਦੀਵਾ ਲੈ ਕੇ, ਆਪਣੇ ਹੱਥ ਦੇ ਵਿੱਚ ਲਾਲਟਨ ਲੈ ਕੇ, ਭਾਈ ਜੇਠਾ ਜੀ ਜਿੱਥੇ ਬੌਲੀ ਸਾਹਿਬ ਦੀ ਸੇਵਾ ਚੱਲਦੀ ਸੀ ਨਾ, ਉੱਥੇ ਚਲੇ ਜਾਂਦੇ। ਉੱਥੇ ਲਾਲਟਨ ਲੈ ਕੇ ਕੀ ਕਰਦੇ ਸਨ ਭਲਾ? ਜਿਹੜੀਆਂ ਉੱਥੇ ਕਈਆਂ ਪਈਆਂ ਹੁੰਦੀਆਂ ਸਨ, ਜਿਹੜੇ ਉੱਥੇ ਤਸਲੇ ਪਏ ਹੁੰਦੇ ਸਨ, ਜਿਹੜੇ ਉੱਥੇ ਪਟਾਈ ਦੇ ਸਾਰੇ ਸੰਦ ਹੁੰਦੇ ਸਨ, ਹੁਣ ਸੰਭਾਲਣਾ ਵੀ ਤੇ ਹੈ ਨਾ ਉਹਨਾਂ ਨੂੰ। ਜਿਹੜੇ ਉਹ ਸਿਰ ਦੇ ਉੱਪਰ ਇੰਨੂ ਰੱਖਣ ਵਾਲੇ, ਉਹ ਗੋਲ ਗੋਲ ਜਿਹੜੇ ਹੁੰਦੇ ਆ, ਜਿਵੇਂ ਟਿਕ ਜਾਏ ਹਨਾ ਮਿੱਟੀ, ਤਸਲਾ ਟਿਕਿਆ ਰਹੇ, ਕਿਉਂਕਿ ਰਾਤ ਨੂੰ ਬਰਸਾਤ ਹੋ ਗਈ ਜਾਂ ਰਾਤ ਨੂੰ ਤਰੇਲ ਪੈ ਗਈ, ਧੁੰਦ ਪੈ ਗਈ, ਤੇ ਉਹ ਗਿੱਲੇ ਹੋ ਜਾਣਗੇ। ਸੰਦ ਸੰਭਾਲਣੇ ਬੜੇ ਜ਼ਰੂਰੀ ਆ, ਕਈਆਂ ਸੰਭਾਲਣੀਆਂ ਬੜੀਆਂ ਜ਼ਰੂਰੀ ਨੇ। ਤੇ ਭਾਈ ਜੇਠਾ ਜੀ ਸਾਰੀ ਸੰਗਤ ਦੇ ਸੌਣ ਤੋਂ ਬਾਅਦ, ਆਰਾਮ ਕਰਨ ਤੋਂ ਬਾਅਦ ਉੱਥੇ ਚਲੇ ਜਾਂਦੇ, ਤੇ ਲਾਲਟਨ ਲੈ ਕੇ, ਦੀਵਾ ਲੈ ਕੇ ਨਾ ਇੱਕ ਇੱਕ ਚੀਜ਼ ਨੂੰ ਸੰਭਾਲਦੇ ਹੁੰਦੇ। ਇੱਕ ਦਿਨ ਕੀ ਹੋਇਆ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪਣੇ ਕਮਰੇ ਦੇ ਵਿੱਚੋਂ ਨਿਕਲੇ,
ਤੇ ਕਮਰੇ ਦੇ ਵਿੱਚੋਂ ਨਿਕਲ ਕੇ ਬਾਹਰ ਦੇਖਦੇ ਉਹ ਦੂਰ ਜਿੱਥੇ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਆ ਨਾ, ਜਿੱਥੇ ਬੌਲੀ ਸਾਹਿਬ ਬਣ ਰਹੀ ਆ, ਖੁਦਾਈ ਹੋ ਰਹੀ, ਪਟਾਈ ਹੋ ਰਹੀ, ਕਹਿੰਦੇ ਉੱਥੇ ਕੋਈ ਲਾਲਟਨ ਲੈ ਕੇ, ਕੋਈ ਦੀਵਾ ਲੈ ਕੇ ਫਿਰਦਾ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਸ ਪਾਸੇ ਚੱਲ ਗਏ। ਹੁਣ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਗਏ ਤੇ ਉੱਥੇ ਜਾ ਕੇ ਕੀ ਵੇਖਦੇ ਆ, ਜਿਹੜਾ ਉਹ ਦੀਵਾ ਲੈ ਕੇ ਫਿਰਦਾ, ਜਿਹੜਾ ਉਹ ਲਾਲਟਨ ਲੈ ਕੇ ਫਿਰਦਾ, ਉਹ ਕੋਈ ਹੋਰ ਨਹੀਂ, ਉਹ ਭਾਈ ਜੇਠਾ ਜੀ ਨੇ। ਭਾਈ ਜੇਠਾ ਜੀ ਲਾਲਟਨ ਲੈ ਕੇ, ਦੀਵਾ ਲੈ ਕੇ ਸਮਾਨ ਸਾਰੇ ਦਾ ਸਾਰਾ ਸੰਭਾਲਦੇ ਪਏ। ਇਹ ਹੈ ਸੇਵਾ ਚੇਤੇ ਰੱਖਿਆ, ਜੇ ਮੈਂ ਸੇਵਾ ਦੀ ਗੱਲ ਕਰ ਰਿਹਾ, ਸੇਵਾ। ਹੁਣ ਜਦੋਂ ਸਮਾਨ ਸੰਭਾਲਦੇ ਪਏ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕਿਹਾ। ਮਾਲਕ ਜੀ ਕਹਿਣ ਲੱਗੇ ਵੀ ਜੇਠਿਆ ਵੀ ਤੁਸੀਂ ਇੱਥੇ ਕੀ ਕਰਦੇ ਹੋ? ਕਹਿੰਦੇ ਸਤਿਗੁਰੂ ਸਾਰੀਆਂ ਸੰਗਤਾਂ ਆਉਂਦੀਆਂ, ਸਾਰੀਆਂ ਸੰਗਤਾਂ ਨੇ ਇੱਥੇ ਸੇਵਾ ਕੀਤੀ ਹੈ। ਮਾਲਕ ਜੀ ਸੰਗਤਾਂ ਨੂੰ ਚਾਹ ਹੁੰਦਾ ਤੁਹਾਡੀ ਕਥਾ ਸੁਣਨ ਦਾ, ਤੁਹਾਡੀਆਂ ਵਿਚਾਰਾਂ ਸੁਣਨ ਦਾ। ਸਤਿਗੁਰੂ ਸੰਗਤਾਂ ਦੇ ਅੰਦਰ ਚਾਹ ਹੁੰਦਾ, ਉਹਨਾਂ ਨੂੰ ਭੁੱਖ ਲੱਗੀ ਹੁੰਦੀ ਆ, ਛੇਤੀ ਛੇਤੀ ਚਲੇ ਜਾਂਦੇ ਆ। ਤੇ ਇੱਥੇ ਜਿਹੜੇ ਪਟਾਈ ਵਾਲੇ, ਖੁਦਾਈ ਵਾਲੇ, ਢਵਾਈ ਵਾਲੇ ਸੰਦ ਹੁੰਦੇ ਆ ਨਾ, ਕਈਆਂ ਹੁੰਦੀਆਂ ਰੰਬੇ ਹੁੰਦੇ ਜਾਂ ਹੋਰ ਤਸਲੇ ਹੁੰਦੇ ਆ, ਸਤਿਗੁਰੂ ਸਾਰੇ ਦੇ ਸਾਰੇ ਇੱਥੇ ਖਿੰਡੇ ਪੁੰਡੇ ਪਏ ਹੁੰਦੇ ਆ। ਤੇ ਮੈਂ ਪ੍ਰਸ਼ਾਦੇ ਤੋਂ ਬਾਅਦ ਜਦੋਂ ਸੰਗਤਾਂ ਆਰਾਮ ਕਰਦੀਆਂ ਤੇ ਮੈਂ ਇੱਥੇ ਆਣ ਕੇ ਇਹ ਸਾਰੇ ਦਾ ਸਾਰਾ ਸਮਾਨ ਸੰਭਾਲਦਾ ਆ, ਸਾਰੇ ਦਾ ਸਾਰਾ ਸਮਾਨ ਸੰਭਾਲਦਾ ਆ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕਿਹਾ। ਮਾਲਕ ਜੀ ਕਹਿਣ ਲੱਗੇ ਕਿਉਂ ਸੰਭਾਲਦਾ ਆ? ਗੁਰੂ ਅਮਰਦਾਸ ਜੀ ਕਹਿੰਦੇ ਕਿਉਂ ਸੰਭਾਲਦਾ ਆ? ਕਹਿੰਦੇ ਸਤਿਗੁਰੂ ਇਸ ਕਰਕੇ ਸੰਭਾਲਦਾ ਆ ਕਿਉਂਕਿ ਇਹ ਮੇਰਾ ਆ, ਇਹ ਸਾਰੇ ਦਾ ਸਾਰਾ ਸਮਾਨ ਮੇਰਾ ਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੇਰਾ ਆ? ਕਹਿੰਦੇ ਜੀ ਮੇਰਾ ਆ। ਕਹਿੰਦੇ ਤੇਰਾ ਕਿਵੇਂ ਆ? ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਮਾਲਕਾ ਮੈਂ ਕਹਿੰਦਾ ਆ ਸੁਣਿਓ, ਇਹ ਆ ਭਾਵਨਾ, ਮੈਂ ਕਹਿੰਦਾ ਆ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਸਾਡਾ। ਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਭਾਈ ਜੇਠਾ ਜੀ ਕਹਿਣ ਲੱਗੇ ਜੇ ਸਤਿਗੁਰੂ ਜੀ ਜੇ ਮੈਂ ਤੁਹਾਡਾ ਆ ਤੇ ਤੁਹਾਡੀ ਸਾਰੀ ਦੀ ਸਾਰੀ ਜਿਹੜੀ ਚੀਜ਼ ਹੈ ਉਹ ਫਿਰ ਕਿਹਦੀ ਹੋਈ? ਮੇਰੀ ਹੋਈ ਕਿ ਨਾ ਹੋਈ? ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬਚਨ ਕਹੇ। ਮਾਲਕ ਜੀ ਕਹਿੰਦੇ ਇਹ ਸਾਰੇ ਦਾ ਸਾਰਾ ਸਮਾਨ, ਸਾਰੇ ਦੇ ਸਾਰੇ ਸੰਦ ਮੇਰੇ ਆ। ਤੇ ਘੁੱਟ ਕੇ ਜੱਫੀ ਦੇ ਵਿੱਚ ਲੈ ਕੇ ਨਾ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਕਿਹਾ, ਕਹਿਣ ਲੱਗੇ ਜੇ ਇਹ ਸਾਰੇ ਦਾ ਸਾਰਾ ਸਮਾਨ ਤੇਰਾ ਆ ਤੇ ਚੇਤੇ ਰੱਖੀ ਜੇਠਿਆ, ਜੇ ਇਹ ਸਮਾਨ ਤੇਰਾ ਆ, ਜੇ ਤੇ ਇਹਨੂੰ ਆਪਣਾ ਸਮਝਦਾ ਆ ਤੇ ਗੁਰੂ ਅਮਰਦਾਸ ਗੁਰੂ ਨਾਨਕ ਵੀ ਤੇਰਾ ਆ, ਅਸੀਂ ਵੀ ਤੇਰੇ ਆ। ਬਸ ਇਹ ਭਾਵਨਾ ਸਾਡੇ ਵਿੱਚ ਚਾਹੀਦੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਧਾਰਨਿਕ ਰੂਪ ਧਾਰਨ ਕੀਤਾ ਸੀ ਨਾ, ਚੇਤੇ ਰੱਖਿਓ, ਕਈਆਂ ਨੇ ਇਤਿਹਾਸ ਸੁਣਿਆ ਹੋਣਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਾਰਨਿਕ ਰੂਪ ਧਾਰਨ ਕਰ ਲਿਆ, ਆਪਣੇ ਨਾਲ ਮੋਹਰਾਂ ਲੈ ਲਈਆਂ, ਆਪਣੇ ਨਾਲ ਡੰਡਾ ਸੋਟਾ ਚੱਕ ਲਿਆ। ਕਹਿੰਦੇ ਪਹਿਲਾਂ ਮੋਹਰਾਂ ਸੱਟੀਆਂ, ਕੋਈ ਲੋਕ ਮੋਹਰਾਂ ਲੈ ਕੇ ਮੁੜ ਗਏ, ਕਈਆਂ ਨੂੰ ਡੰਡੇ ਮਾਰੇ ਤੇ ਡੰਡੇ ਖਾ ਕੇ ਕਈ ਮੁੜ ਗਏ। ਤੇ ਇੱਕੋ ਇੱਕ ਸਿੱਖ ਬਚਿਆ ਸੀ, ਭਾਈ ਲਹਿਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪੁੱਛਦੇ ਲਹਿਣਿਆ ਤੂੰ ਕਿਉਂ ਨਹੀਂ ਗਿਆ? ਕਹਿੰਦਾ ਸਤਿਗੁਰੂ ਕਿੱਥੇ ਜਾਵਾਂ, ਤੇਰੇ ਤੋਂ ਬਿਨਾਂ ਤੇ ਮੇਰਾ ਕੋਈ ਹੈ ਹੀ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਗਲਵਕੜੀ ਦੇ ਵਿੱਚ ਇਹ ਲੈ ਕੇ ਇਹ ਗੱਲ ਕਹੀ, ਲੈਣਿਆ ਜੇ ਤੇਰਾ ਸਾਡੇ ਤੋਂ ਬਿਨਾ ਕੋਈ ਨਹੀਂ ਤੇ ਚੇਤੇ ਰੱਖੀ ਗੁਰੂ ਨਾਨਕ ਦਾ ਤੇਰੇ ਤੋਂ ਬਿਨਾ ਵੀ ਕੋਈ ਨਹੀਂ। ਗੁਰੂ ਨਾਨਕ ਦਾ ਟਿਕਾਣਾ ਸਿੱਖ ਦੇ ਵਿੱਚ ਹੈ। ਤੇ ਜਿਹੜੀ ਪਹਿਲੇ ਜਾਮੇ ਦੇ ਵਿੱਚ ਘਟਨਾ ਘਟੀ ਨਾ, ਉਹ ਹੁਣ ਤੀਸਰੇ ਜਾਮੇ ਦੇ ਵਿੱਚ ਆ ਗਈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਭਾਈ ਜੇਠਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਹ ਗੱਲ ਕਹਿ ਰਹੇ, ਮਾਲਕਾ ਮੈਂ ਤੇਰਾ ਆ ਸਾਰੇ ਦਾ ਸਾਰਾ ਸਾਜੋ ਸਮਾਨ ਮੇਰਾ ਆ। ਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਫਿਰ ਬਖਸ਼ਿਸ਼ ਤੇ ਰਹਿਮਤ ਐਸੀ ਵਰਤਾਈ, ਬਾਬਾ ਬੁੱਢਾ ਸਾਹਿਬ ਜੀ ਨੂੰ ਮੰਗਾਇਆ। ਘਟਨਾਵਾਂ ਬੜੀਆਂ, ਭਾਵੇਂ ਉਹ ਥੜੇ ਬਣਾਉਣ ਵਾਲੀ ਘਟਨਾ ਆ, ਸਾਰੀਆਂ ਦੀਆਂ ਸਾਰੀਆਂ ਪ੍ਰੀਖਿਆਵਾਂ ਦੇ ਵਿੱਚੋਂ ਜਦੋਂ ਪਾਸ ਹੋ ਗਏ ਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪ ਭਾਈ ਜੇਠੇ ਦੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਦਿੱਤਾ। ਤੇ ਫਿਰ ਗੁਰਿਆਈ ਦਾ ਜਦੋਂ ਬਖਸ਼ਿਸ਼ ਤੇ ਰਹਿਮਤ ਜਿਹੜੀ ਉਹ ਬਖਸ਼ਿਸ਼ ਕੀਤੀ ਨਾ, ਤੇ ਉਸ ਵੇਲੇ ਵੇਖੋ ਦਾਸ ਨੇ ਪਹਿਲਾਂ 3 ਹਿੱਸਿਆਂ ਦੀ ਗੱਲ ਕੀਤੀ ਸੀ। ਪਹਿਲਾ ਸੀ ਬਚਪਨ, ਤੇ ਬਚਪਨ ਦੇ ਵਿੱਚ ਸੀ ਗਰੀਬੀ, ਮਿਹਨਤ। ਅੱਗੇ ਆ ਗਿਆ ਜਦੋਂ ਜਵਾਨੀ ਦੇ ਦਿਨ ਆਏ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਫਿਰ ਸਟਰਗਲ ਕੀਤੀ, ਇੱਥੇ ਫਿਰ ਕਮਾਈ ਕੀਤੀ, ਗੁਰਮਤਿ ਦੀ ਪੜ੍ਹਾਈ ਕੀਤੀ, ਇੱਥੇ ਫਿਰ ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ ਭਗਤੀ ਕੀਤੀ। ਇੱਕ ਬੇਨਤੀ ਹੋਰ ਕਰਦੇ ਆ,
ਜਦੋਂ ਗੱਲ ਭਗਤੀ ਦੀ ਆਉਂਦੀ ਹੈ ਨਾ ਤੇ ਸਾਡੇ ਮਨ ਦੇ ਵਿੱਚ ਉਸੇ ਵੇਲੇ ਆ ਜਾਂਦਾ ਵੀ ਭਗਤੀ ਖਣੀ ਪੁੱਠਾ ਲਟਕਣ ਨੂੰ ਕਹਿੰਦੇ ਆ, ਭਗਤੀ ਖਣੀ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਜਾਣ ਨੂੰ ਕਹਿੰਦੇ ਆ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਨਾ ਭਗਤੀ ਪਤਾ ਕਿਹਨੂੰ ਕਿਹਾ? ਮਾਲਕ ਜੀ ਕਹਿੰਦੇ ਤੂੰ ਗੁਰੂ ਦੀ ਮੱਤ ਲੈ ਲਾ, ਗੁਰੂ ਦੇ ਕੋਲੋਂ ਗਿਆਨ ਲੈ ਲਾ, ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਸ਼ੁਰੂ ਕਰ ਦੇ। ਮਾਲਕ ਜੀ ਕਹਿੰਦੇ ਤੇਰੇ ਵਾਸਤੇ ਇਹੀ ਭਗਤੀ ਹੈ, ਤੇਰੇ ਵਾਸਤੇ ਇਹੀ ਭਗਤੀ। ਤੈਨੂੰ ਕਿਤੇ ਪੁੱਠੇ ਲਟਕਣ ਦੀ ਲੋੜ ਨਹੀਂ, ਤੈਨੂੰ ਕਿਤੇ ਜੰਗਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ, ਤੈਨੂੰ ਕਿਤੇ ਆਪਣਾ ਸਰੀਰ ਤਪਾਉਣ ਦੀ ਲੋੜ ਨਹੀਂ। ਮਾਲਕ ਜੀ ਕਹਿੰਦੇ ਗੁਰ ਕੀ ਮੱਤ ਤੂੰ ਲੈ, ਯਾਨੀ ਕੀ ਕਰ? ਗੁਰ ਕੀ ਮੱਤ, ਗੁਰੂ ਦੀ ਮੱਤ ਲੈ ਲਾ। ਹੋਰ ਬਚਨ ਪੜ੍ਹਦੇ ਆ, ਮਾਲਕ ਜੀ ਕਹਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਰਿਦੈ ਸਤਿ ਆਵੈ, ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਕਾਮੀ। ਨਿਸ਼ਕਾਮ ਹੋ ਕੇ ਸੇਵਾ ਕਰ, ਤਿਸਕੋ ਹੋਤ ਪ੍ਰਾਪਤ। ਸਵਾਮੀ ਕਹਿਣ ਲੱਗੇ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰਦਾ। ਮਾਲਕ ਜੀ ਕਹਿੰਦੇ ਗੁਰ ਕੀ ਮੱਤ ਤੂੰ ਲੈ ਇਆਨੇ, ਭਗਤ ਬਿਨਾ ਐਸ ਭਗਤੀ ਤੋਂ ਬਿਨਾ। ਗੁਰੂ ਕੀ ਮੱਤ ਔਰ ਚੇਤੇ ਰੱਖਿਆ ਜੇ, ਪੈਸਾ ਵੀ ਸਾਡੇ ਕੋਲ ਬੜਾ, ਕਾਰੋਬਾਰ ਬਿਜ਼ਨਸ ਵੀ ਬੜਾ, ਕੋਠੀਆਂ ਤੇ ਕਾਰਾਂ ਵੀ ਬੜੀਆਂ, ਸਭ ਕੁਝ ਹੈ। ਜੇ ਕਿਸੇ ਚੀਜ਼ ਦਾ ਘਾਟਾ ਆ ਨਾ ਤੇ ਗੁਰੂ ਦੀ ਮੱਤ ਦਾ ਆ। ਮਾਲਕ ਜੀ ਕਹਿੰਦੇ ਗੁਰੂ ਦੀ ਮੱਤ ਲੈ ਲਾ। ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਨ ਲੱਗਾ। ਜਿਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਨਾ, ਉਹਨਾਂ ਨੇ ਸਾਨੂੰ ਇੱਕ ਮਰਿਆਦਾ ਦਿੱਤੀ ਆ, ਤੇ ਉਹ ਮਰਿਆਦਾ ਪਤਾ ਕੀ ਆ? ਦੇਖੋ ਹਰੇਕ ਚੀਜ਼ ਕਰਤੇ ਦੀ ਹੈ ਨਾ, ਜੋ ਕੁਦਰਤ ਦੀ ਆ ਉਹ ਮਰਿਆਦਾ ਦੇ ਵਿੱਚ ਹੈ। ਜੇ ਹਵਾ ਆ ਇਹ ਮਰਿਆਦਾ ਦੇ ਵਿੱਚ ਹੈ। ਸਾਇੰਸਦਾਨਾਂ ਨੂੰ ਪੁੱਛ ਲਓ, ਜੇ ਆਕਸੀਜਨ ਘਟ ਜੇ, ਕਹਿੰਦੇ ਜਿੰਨੇ ਦਾ ਜਿੰਨਾ ਇਹ ਸਟਰਕਚਰ ਹੈ, ਜੋ ਕੁਝ ਵੀ ਹੈ, ਕਹਿਣ ਲੱਗੇ ਉਸੇ ਵੇਲੇ ਇਹਨੇ ਢਹਿ ਢੇਰੀ ਹੋ ਜਾਣਾ, ਸਾਰੇ ਦਾ ਸਾਰਾ ਜੀਵਨ ਖਤਮ ਹੋ ਜਾਣਾ ਜੇ ਆਕਸੀਜਨ ਘਟ ਜੇ। ਐਵੇਂ ਹੀ ਆ ਜੀਵਨ ਕਾਹਦੇ ਨਾਲ? ਆਕਸੀਜਨ ਨਾਲ। ਕਹਿੰਦੇ ਜੇ ਆਕਸੀਜਨ ਵੱਧ ਜੇ, ਕਹਿੰਦੇ ਫਿਰ ਵੀ ਖਤਰਾ, ਫਿਰ ਸਾਰੇ ਪਾਸੇ ਅੱਗ ਲੱਗ ਜਾਣੀ, ਫਿਰ ਵੀ ਜੀਵਨ ਖਤਮ ਹੋ ਜਾਣਾ। ਹੁਣ ਜੇ ਆਕਸੀਜਨ ਹਵਾ ਕੰਟਰੋਲ ਦੇ ਵਿੱਚ ਹੈ, ਹਵਾ ਮਰਿਆਦਾ ਦੇ ਵਿੱਚ ਹੈ, ਤੇ ਜੀਵਨ ਚੱਲ ਰਿਹਾ, ਆ ਸਾਰੇ ਦਾ ਸਾਰਾ ਚੱਲ ਰਿਹਾ। ਜੇ ਮਰਿਆਦਾ ਤੋਂ ਬਾਹਰ ਹੋ ਗਈ ਫਿਰ ਕੀ ਹੈ? ਕੰਮ ਖਤਮ। ਸਮੁੰਦਰ ਹੈ ਮਰਿਆਦਾ ਦੇ ਵਿੱਚ ਹੈ ਤੇ ਜੀਵਨ ਹੈ, ਜੇ ਮਰਿਆਦਾ ਤੋਂ ਬਾਹਰ ਹੋ ਗਿਆ ਤੇ ਧਰਤੀ ਖਤਮ ਹੋ ਜਾਣੀ, ਜੀਵ ਜੰਤੂ ਖਤਮ ਹੈ। ਸਤਿਗੁਰੂ ਨੇ ਕਿਹਾ ਨਾ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ। ਭੈ ਦੇ ਵਿੱਚ ਹੈ, ਮਰਿਆਦਾ ਦੇ ਵਿੱਚ ਹੈ। ਜੇ ਇਹ ਸਭ ਕੁਝ ਮਰਿਆਦਾ ਦੇ ਵਿੱਚ ਹੈ ਤੇ ਗੁਰੂ ਸਾਹਿਬਾਨਾਂ ਨੇ ਸਾਨੂੰ ਵੀ ਮਰਿਆਦਾ ਦਿੱਤੀ। ਕਿਹੜੀ? ਮਾਲਕ ਜੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਅੱਗੇ ਕੀ ਕਿਹਾ ਭਲਾ? ਕਹਿੰਦੇ ਸੋ ਭਲਕੇ ਉੱਠ। ਅਮੀਰੀ ਆ ਗਈ, ਚਾਰ ਪੈਸੇ ਆ ਗਏ, ਬੰਦਾ ਕਹਿੰਦਾ ਮੈਨੂੰ ਉੱਠਣ ਦੀ ਕੀ ਲੋੜ ਹੈ ਸਵੇਰੇ। ਕਈਆਂ ਦਾ ਤੇ ਅੰਮ੍ਰਿਤ ਵੇਲੇ ਹੀ 10 ਵਜੇ ਹੁੰਦਾ ਨਾ, 10 ਵਜੇ। ਵੇਖੋ ਕਿੱਡਾ ਪਿਆਰਾ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ। ਮਾਲਕ ਜੀ ਕਹਿੰਦੇ ਬਾਣੀ ਨਾਲ ਜੁੜ, ਨਾਮ ਨਾਲ ਜੁੜ। ਤੈਨੂੰ ਕਾਰੋਬਾਰ ਤੋਂ ਨਹੀਂ ਰੋਕਦੇ, ਕਾਰੋਬਾਰ ਕਰ, ਬਿਜ਼ਨਸ ਕਰ, ਪਰ ਤੇਰੇ ਜੀਵਨ ਦੇ ਵਿੱਚ ਨਾਮ ਹੋਵੇ, ਤੇਰੇ ਜੀਵਨ ਦੇ ਵਿੱਚ ਸੱਚ ਹੋਵੇ, ਤੇਰੇ ਜੀਵਨ ਦੇ ਵਿੱਚ ਇਮਾਨਦਾਰੀ ਹੋਵੇ। ਮੈਂ ਬੇਨਤੀ ਕਰਾਂ, ਜੇ ਸਾਡੇ ਜੀਵਨ ਦੇ ਵਿੱਚ ਗੁਰੂ ਦਾ ਉਪਦੇਸ਼ ਨਹੀਂ ਨਾ ਰਿਹਾ, ਇਸੇ ਕਰਕੇ ਤੇ ਬੇਈਮਾਨੀਆਂ ਆ ਗਈਆਂ, ਇਸੇ ਕਰਕੇ ਤੇ ਠਗੀਆਂ ਆ ਗਈਆਂ, ਇਸੇ ਕਰਕੇ ਤੇ ਚੋਰੀਆਂ ਆ ਗਈਆਂ, ਇਸੇ ਕਰਕੇ ਤੇ ਝੂਠ ਆ ਗਿਆ, ਗੁਰੂ ਦੇ ਨਾਲੋਂ ਟੁੱਟ ਗਏ। ਔਰ ਚੇਤੇ ਰੱਖਿਓ, ਕੱਲਾ ਗੁਰਦੁਆਰੇ ਜਾਣਾ ਹੀ ਗੁਰੂ ਦੇ ਨਾਲ ਜੁੜਨਾ ਨਹੀਂ ਹੁੰਦਾ। ਜੇ ਆਖੇ ਨਾ ਬੰਦਾ ਵੀ ਗੁਰਦੁਆਰੇ ਚੱਲਿਆ, ਮੈਂ ਦਾੜੀ ਰੱਖ ਲਈ ਆ, ਮੈਂ ਵੀ ਆ ਸਰੀਰ ਸਾਹਿਬ ਪਾ ਲਿਆ ਆ, ਲੈ ਵੀ ਮੈਂ ਗੁਰੂ ਵਾਲਾ ਬਣ ਗਿਆ, ਐ ਨਹੀਂ ਬਣਿਆ ਜਾਣਾ। ਕਿਵੇਂ ਬਣੇਗਾ? ਮਾਲਕ ਜੀ ਕਹਿਣ ਲੱਗੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਦਾਸ ਤੇ ਕਈ ਵਾਰੀ ਇਹ ਬੇਨਤੀ ਕਰਦਾ ਹੁੰਦਾ ਹੈ, ਧਿਆਨ ਨਾਲ ਸੁਣਿਓ। ਕਹਿੰਦੇ ਜੇ ਵੇਖਣਾ ਹੈ ਨਾ ਗੁਰ ਸਿੱਖ, ਤੁਸੀਂ ਉਹਦਾ ਅੰਦਾਜ਼ਾ ਲਾਉਣਾ ਜਾਂ ਉਹਨੂੰ ਚੈੱਕ ਕਰਨਾ ਵੀ ਇਹ ਕਿੱਡਾ ਵੱਡਾ ਗੁਰਸਿੱਖ ਹੈ, ਉਦੋਂ ਨਾ ਵੇਖਿਆ ਕਰੋ ਵੀ ਇਹ ਅੰਮ੍ਰਿਤ ਵੇਲੇ 4 ਵਜੇ ਉੱਠ ਕੇ ਗੁਰਦੁਆਰੇ ਜਾ ਕੇ ਸੇਵਾ ਕਰਦਾ, ਇਹ ਪੋਚੇ ਬੜੇ ਲਾਉਂਦਾ ਆ, ਇਹ ਵੇਖੋ ਜੀ ਇਹ ਤੇ ਬਾਣੀ ਬੜੀ ਪੜਦਾ ਆ। ਮੈਂ ਵੇਖਣਾ, ਦਾਸ ਬੇਨਤੀ ਕਰਦਾ, ਉਦੋਂ ਵੇਖਿਆ ਕਰੋ ਜਦੋਂ ਉਹਦੇ ਪੁੱਤ ਦਾ, ਜਦੋਂ ਉਹਦੀ ਧੀ ਦਾ ਵਿਆਹ ਹੁੰਦਾ ਹੈ, ਫੇਰ ਪਤਾ ਲੱਗਦਾ ਵੀ ਮਰਿਆਦਾ ਤੇ ਟਿਕਦਾ ਕਿ ਨਹੀਂ ਟਿਕਦਾ, ਕਿ ਪੈਲਸਾਂ ਦੇ ਵਿੱਚ ਇਹ ਵੀ ਭੰਗੜੇ ਪਾਉਂਦਾ, ਕਿ ਇਹਦੇ ਵਿਆਹ ਤੇ, ਪੁੱਤਰ ਦੇ ਵਿਆਹ ਤੇ ਵੀ ਦਾਰੂ ਚੱਲਦੀ ਆ, ਕਿ ਇਹ ਵੀ ਗੁਰੂ ਨੂੰ ਖੁਸ਼ ਕਰਦਾ ਹੈ ਕਿ ਲੋਕਾਂ ਨੂੰ ਖੁਸ਼ ਕਰਦਾ। ਇੱਥੇ ਪਤਾ ਲੱਗਦਾ ਹੈ, ਉਦਾਂ ਤੇ ਸਾਰੇ ਵਿਖਾਵੇ ਕਰਦੇ ਆ, ਇੱਥੇ ਮਰਿਆਦਾ। ਮਾਲਕ ਜੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਾਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ
ਅੰਮ੍ਰਿਤਸਰ ਨਾਮ ਹੈ। ਇਹ ਹੈ ਅੰਮ੍ਰਿਤ ਦਾ ਸਰੋਵਰ, ਜਿੱਥੇ ਅਸੀਂ ਇਸ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਨਾ, ਉੱਥੇ ਬਾਣੀ ਦੇ ਸਰੋਵਰ ਵਿੱਚ ਵੀ ਇਸ਼ਨਾਨ ਕਰਨਾ ਹੈ, ਤਾਂ ਹੀ ਗੱਲ ਬਣੇਗੀ। ਗੁਰੂ ਕਿਰਪਾ ਕਰੇ, ਰਹਿਮਤ ਕਰੇ। ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਜੂਰੀ ਰਾਗੀ ਉਹ ਆਪਣੇ ਕੋਲ ਪਹੁੰਚ ਚੁੱਕੇ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ। ਸੋ ਦਾਸਰੇ ਦੇ ਕੋਲੋਂ ਗੁਰਮਤਿ ਵਿਚਾਰਾ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ। ਬਹੁਤ ਬਹੁਤ ਧੰਨਵਾਦ ਸਮੁੱਚੀ ਡ੍ਰੀਮ ਸਿਟੀ ਦੇ ਇਹ ਨੁਮਾਇੰਦਿਆਂ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਇਹ ਸਾਰੇ ਦਾ ਸਾਰਾ ਸਮਾਗਮ ਉਲੀਕਿਆ, ਐਡਾ ਵੱਡਾ ਸਮਾਗਮ ਉਲੀਕਿਆ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਜਗਸੀਰ ਸਿੰਘ ਜੀ, ਇਹਨਾਂ ਦੇ ਨਾਲ ਬੜਾ ਪਿਆਰ ਆ, ਅੱਜ ਤੋਂ ਨਹੀਂ ਕਈ ਸਾਲਾਂ ਤੋਂ ਦਾਸ ਦਾ ਇਹਨਾਂ ਦੇ ਨਾਲ ਪਿਆਰ ਆ। ਤੇ ਜਦੋਂ ਕਿਧਰੇ ਵੀ ਇਹ ਹੁਕਮ ਕਰਦੇ ਆ, ਕਿਉਂਕਿ ਘਰ ਦੇ ਵਿੱਚ ਆਉਣੀ ਜਾਣੀ ਹੋਣੀ ਕਰਕੇ ਲਾਈਵ ਉੱਥੋਂ ਕਥਾ ਜਿਹੜੀ ਹੈ ਮਾਡਲ ਟਾਊਨ ਐਕਸਟੈਂਸ਼ਨ ਤੋਂ ਕੇਬਲ ਤੇ ਚੱਲਦੀ ਆ, ਤੇ ਇਹਨਾਂ ਨਾਲ ਪਿਆਰ ਬਣਿਆ। ਇਹਨਾਂ ਨੇ ਹੁਕਮ ਕੀਤਾ ਵੀ ਭਾਈ ਸਾਹਿਬ ਤੁਸੀਂ ਜਰੂਰ ਇੱਥੇ ਸੰਗਤਾਂ ਦੇ ਜੋੜੇ ਝਾੜਨੇ ਆ, ਤੇ ਦਾਸ ਪਹੁੰਚਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਆਪ ਸੰਗਤ ਦਾਸ ਦੀਆਂ ਭੁੱਲਾਂ ਬਖਸ਼ਣ ਹਾਰ ਜੇ, ਕਿਰਪਾ ਕਰਕੇ ਬਖਸ਼ ਲਿਓ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।